परम सत्कारयोग सतगुरां दी साजी नवाजी गुरु का खास रूप गुरु खालसा साध संगत जी दूरों नेड़ों चल के सतगुरां दे पावन पवित्र दरबार दीयां हाजरियां भर के काफ़ी समय तो गुरबाणी दा हरि जस कीर्तन सरवण करके अपने जीवन दीयां घड़ियां सफलियां बना रहे हो। बाकी जो समा अपने कोल बचदा है ਉਹਨੂੰ भी आपां सारी संगत ने रल मिल के अकाल पुरख परमात्मा की सिफत सलाह करके अते सुन के अपने समय नूं अते सवासां नूं कीमती बनाउणा है। जिन्नी संगत गुरु चरनां विच सजी बैठी है, जिन्नी के अंदर जगह उत्थे तां संगत बैठ गई। हुण जिथे जगह मिले संगत आप ही बैठते जाओ, रौला ना पाओ, क्योंकि अपने कोल समा जिहड़ा सीमत है। आपां गुरु दियां परमात्मा दियां परमेश्वर दियां गल्लां करनियां, दुनियावी गल्लां नहीं आपां इत्थे करना है। बाहर भी जगह उत्थे भी बैठ जाओ, आवाज़ तो उत्थे भी आई जाती है। आवाज़ तो बहुत दूर तक जाती है। असीं इधर गए सी थूही वल, बहुत दूर तक आवाज़ जाती है। सारी संगत अपनी रसना पवित्र करो, गज वज के फतेह बुलाओ जी। वाहिगुरू जी का खालसा, वाहिगुरू जी की फतेह। गुरु रूप गुरु खालसा साध संगत जी, महस नगर दी संगत ने गुरु तेग बहादुर महाराज दा 400 साला शताब्दी मनाउण वास्ते अते जो संघर्ष चल रहा है, मोर्चा चल रहा है, हक वास्ते सच वास्ते, अपनियां फसलां बचाउण वास्ते, नस्लां बचाउण वास्ते, गरीबां वास्ते, मजदूरां वास्ते जो मोर्चा चल रहा उसदी फतेह वास्ते, चढ़दी कला वास्ते ये 3 रोज़ा समागम रखिया सी। अज गुरु ग्रंथ साहिब महाराज की रहनुमाई हेठ तीसरा दीवान प्रारंभ है। भाव के अज इस पंडाल का अखीरला दीवान है। 3 दिनों तो गुरु के लंगर चल रहे ने, कथा कीर्तन का प्रवाह चल रहा है। बड़ी श्रद्धा बड़े प्रेम का सबूत दिता संगत ने। गुरु कृपा करे, नगर निवासी संगतां दे सिर ते मेहर भरिया हथ रखे, चढ़दी कला बख्शे महाराज। सिक्खी दी दात, नाम दी दात, सेवा सिमरन दी दात बख्शन महाराज। कल असी दीवान विच नहीं आए। कौली दे कोल आकड़ नगर है, आकड़ पिंड, उत्थे गुरु तेग बहादुर महाराज का स्थान है निम साहिब। उत्थे किसान रैली रखी सी, जिहदी सेवा महापुरुषों ने रल मिल के बाबा अमरीक सिंह जी कार सेवा वाले
ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਸਾਰਿਆਂ ਨੇ ਰਲ ਮਿਲ ਕੇ ਉੱਥੇ ਸੇਵਾ ਪ੍ਰਬੰਧ ਕੀਤਾ। ਸ਼ਾਮ ਤੱਕ ਉੱਥੇ ਕਿਸਾਨ ਆਗੂ ਪਹੁੰਚੇ ਹੋਏ ਸੀ, ਵਿਚਾਰਾਂ ਚੱਲਦੀਆਂ ਰਹੀਆਂ, ਇਲਾਕੇ ਦੀ ਸੰਗਤ ਇਕੱਠੀ ਹੋਈ ਸੀ। ਇਸ ਕਰਕੇ ਰਾਤ ਅਸੀਂ ਦੀਵਾਨ 'ਚ ਨਹੀਂ ਆ ਸਕੇ। ਇੱਥੇ ਬਾਬਾ ਹਰਦੇਵ ਸਿੰਘ ਜੀ ਨੇ ਹਾਜ਼ਰੀ ਭਰੀ ਸੀ। ਪਰਸੋਂ ਆਪਾਂ ਇਹ ਵਿਚਾਰ ਕਰ ਰਹੇ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ 4 ਸਾਲ ਦੀ ਉਮਰਾ, ਵੱਡੇ ਭਰਾ ਦੀ ਸ਼ਾਦੀ ਹੈ ਬਾਬਾ ਗੁਰਦਿੱਤਾ ਜੀ ਦੀ, ਤੇ ਬਰਾਤ ਜਾਣੀ ਹੈ ਬਟਾਲੇ। ਅਚਲ ਬਟਾਲਾ ਵੀ ਕਹਿੰਦੇ ਨੇ, ਬਟਾਲਾ ਵੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਬਰਾਤ ਗਈ ਸੀ। ਅੱਜ ਵੀ ਉੱਥੇ ਕੱਚੀ ਕੰਧ ਖੜੀ ਹੈ ਮਿੱਟੀ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਦੀ ਨਿਸ਼ਾਨੀ। ਸਹੁਰਾ ਸੀ ਮਹਾਰਾਜ ਦਾ ਮੂਲ ਚੰਦ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਹੁਰਾ ਮੂਲ ਚੰਦ। ਉਹ ਗੁਰੂ ਮਾਰ ਨੂੰ ਕਹਿੰਦਾ, ਤੁਹਾਡੇ ਸਰਕਾਰੇ ਦਰਬਾਰੇ ਅਸਰ ਹੈ, ਤੁਸੀਂ ਬਰਾਤ ਵਿੱਚ ਅਮੀਰ ਬਰਾਤੀ ਲਿਆਇਓ। ਪਰ ਬਰਾਤ ਵਿੱਚ ਬਹੁਤੇ ਸਾਧੂ ਮਹਾਤਮਾ ਸਨ, ਗੁਰਸਿੱਖ ਸਨ। ਸੋ ਕਹਿਣ ਲੱਗੇ, ਸਾਡਾ ਨੱਕ ਵੱਢਿਆ ਗਿਆ। ਅਸੀਂ ਤਾਂ ਕਿਹਾ ਸੀ ਅਮੀਰ ਬਰਾਤੀ ਲੈ ਕੇ ਆਇਓ, ਪਰ ਇਹ ਬਹੁਤੇ ਸਾਧੂ ਮਹਾਤਮਾ ਇਕੱਠੇ ਕੀਤੇ ਹੋਏ ਨੇ। ਕੱਚੀ ਕੰਧ ਕੋਲ ਮੰਜਾ ਢਾ ਦਿੱਤਾ। ਮਾਈਆਂ ਇਕੱਠੀਆਂ ਹੋਈਆਂ ਕਿ ਧੱਕਾ ਦੇ ਕੇ ਕੰਧ ਉੱਤੇ ਸਿੱਟ ਦਾਂਗੇ, ਆਨੰਦ ਕਾਰਜ ਨਹੀਂ ਦੇਣੇ ਪੈਣਗੇ। ਗੱਲਾਂ ਕਰਨੀਆਂ, ਬਾਹਰ ਉੱਧਰ ਜਾ ਕੇ ਬੈਠ ਜਾਓ। ਜੇ ਨਹੀਂ ਸੁਣਨਾ, ਸੰਗਤ ਸੁਣਦੀ ਹੈ, ਬਾਹਰ ਜਾ ਕੇ ਬੈਠ ਕੇ ਗੱਲਾਂ ਕਰਨੀ। ਤੁਸੀਂ ਪੜ੍ਹੇ ਲਿਖੇ ਹੋ, ਸਮਝਦਾਰ, ਗੁਰੂ ਦੀਆਂ ਗੱਲਾਂ ਕਰਨੀਆਂ। ਗੱਲਾਂ ਬਾਹਰ ਤਾਂ ਆਪਾਂ ਕਰਦੇ ਰਹਿੰਦੇ ਹਾਂ। ਤੁਹਾਨੂੰ ਪੁੱਛਣਗੇ ਕਿ ਬਾਬਾ ਗੁਰਦਿੱਤਾ ਜੀ ਦਾ ਵਿਆਹ ਕਿੱਥੇ ਹੋਇਆ? ਸਿੱਖਾਂ ਦੇ ਘਰ ਪੈਦਾ ਹੋਏ। ਇਹ ਤਾਂ ਗੱਲਾਂ ਵੈਸੇ ਦੂਰ ਦੀਆਂ ਨੇ। ਤੁਹਾਨੂੰ 10 ਪਾਤਸ਼ਾਹ ਦੇ ਨਾਂ ਨਹੀਂ ਆਉਂਦੇ, ਗ੍ਰੈਜੂਏਟ ਹੋਣ ਵਾਲੇ। ਸਿੱਖਿਆ ਨਹੀਂ ਕਦੇ ਆਪਾਂ ਕੁਛ। ਸੰਗਤ ਵਿੱਚ ਸਿੱਖਣ ਆਉਂਦਾ ਸਿੱਖ ਰੋਜ਼ ਹੀ, ਰੋਜ਼ ਨਵੀਂ ਗੱਲ ਸਿੱਖ ਕੇ ਜਾਂਦਾ ਹੈ। ਜਿਹੜੀ ਵੀ ਵਿਚਾਰ ਚੱਲਦੀ ਹੈ, ਰੋਜ਼ ਕੋਈ ਨਾ ਕੋਈ ਨਵੀਂ ਗੱਲ ਸਿੱਖਦਾ। ਇਹਦਾ ਨਾਮ ਤਾਂ ਸਿੱਖ ਹੈ। ਇਹ ਸਿੱਖਣ ਵਾਲਾ ਹੈ, ਸਿੱਖਿਆ ਧਾਰਨ ਕਰਦਾ ਹੈ, ਸਿੱਖਿਆ ਲੈਣ ਵਾਸਤੇ ਆਉਂਦਾ ਹੈ। ਬਟਾਲੇ ਬਰਾਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਗਈ ਸੀ। ਇਹ ਬਟਾਲੇ ਬਰਾਤ ਬਾਬਾ ਗੁਰਦਿੱਤਾ ਜੀ ਦੀ ਵੀ ਗਈ ਸੀ। ਬਰਾਤ ਤਿਆਰ ਹੋ ਰਹੀ ਹੈ ਵੱਡੇ ਭਰਾ ਦੀ। ਮਾਂ ਨੂੰ ਭਾਵੇਂ ਸਾਰੇ ਪੁੱਤਰ ਪਿਆਰੇ ਹੁੰਦੇ ਨੇ, ਪਰ ਸਭ ਤੋਂ ਛੋਟੇ ਨਾਲ ਮਾਂ ਦਾ ਜ਼ਿਆਦਾ ਪਿਆਰ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ ਸਾਹਿਬਜ਼ਾਦੇ 6ਵੇਂ ਪਾਤਸ਼ਾਹ ਮਹਾਰਾਜ ਦੇ। ਨੌਵੇਂ ਪਾਤਸ਼ਾਹ ਮਹਾਰਾਜ ਦੇ ਗਲ 'ਚ ਬੜੇ ਕੀਮਤੀ ਵਸਤਰ, ਬੜੇ ਕੀਮਤੀ ਗਹਿਣੇ ਪਾਏ। ਬਰਾਤ ਤਿਆਰ ਹੋ ਰਹੀ ਸੀ।
ਤੇ ਗੁਰੂ ਤੇਗ ਬਹਾਦਰ ਮਹਾਰਾਜ ਖੇਡ ਦੇ ਬਾਹਰ ਚਲੇ ਗਏ। ਸੰਗਤਾਂ ਰਸਤੇ ਦੇ ਆਲੇ ਦੁਆਲੇ ਖੜੀਆਂ ਨੇ ਬਰਾਤ ਦੇਖਣ ਵਾਸਤੇ। ਬਰਾਤ ਚੜ੍ਹਨ ਲੱਗੀ ਹੈ। ਇੱਕ ਗਰੀਬ ਜਿਹਾ ਬੱਚਾ, ਉਹਦੇ ਪਾਟੇ ਕੱਪੜੇ, ਪੈਰਾਂ ਤੋਂ ਨੰਗਾ, ਕੰਬ ਰਿਹਾ। ਸਰਦੀ ਦਾ ਮਹੀਨਾ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜਾ ਕੇ ਉਹਨੂੰ ਕਹਿੰਦੇ, ਤੇਰੀ ਮਾਂ ਨੇ ਤੈਨੂੰ ਗਰਮ ਕੱਪੜੇ ਨਹੀਂ ਸਵਾ ਕੇ ਦਿੱਤੇ? ਤੇ ਉਹ ਬੱਚਾ ਕਹਿੰਦਾ, ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਚੰਗੀ ਖੁਰਾਕ ਤੇ ਚੰਗੀ ਪੁਸ਼ਾਕ ਨਹੀਂ ਪਵਾਉਣਾ ਚਾਹੁੰਦੀ? ਹਰ ਇੱਕ ਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਚੰਗੀ ਖੁਰਾਕ ਦੇਵਾਂ ਤੇ ਚੰਗੇ ਵਸਤਰ, ਚੰਗੀ ਪੁਸ਼ਾਕ ਪਾਵਾਂ। ਕਹਿੰਦਾ, ਪਰ ਗਰੀਬਾਂ ਨੂੰ ਕੌਣ ਗਰਮ ਵਸਤਰ ਸਵਾ ਕੇ ਦਿੰਦਾ ਹੈ? ਮੇਰੀ ਮਾਂ ਤਾਂ ਅੱਤ ਦੀ ਗਰੀਬ ਹੈ। ਜੇ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਹੁੰਦਾ ਸਾਡੇ ਘਰ ਤੇ ਸਵੇਰ ਦਾ ਫਿਕਰ ਹੁੰਦਾ। ਇਹ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਗਲੋਂ ਬਸਤਰ ਲਾਏ, ਉਹ ਬੱਚੇ ਦੇ ਗਲ ਪਾ ਦਿੱਤੇ। ਜਿਹੜੇ ਗਹਿਣੇ ਸੀ, ਕੈਂਠਾ, ਕੰਗਣ ਪਾਏ ਸੀ ਹੱਥਾਂ 'ਚ, ਉਹ ਵੀ ਉਸ ਬੱਚੇ ਨੂੰ ਦੇ ਦਿੱਤੇ। ਤੇ ਬਰਾਤ ਤਿਆਰ ਹੋ ਕੇ ਚੱਲਣ ਲੱਗੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਨੰਗਾ ਪਿੰਡਾ ਘਰ ਆ ਗਏ। ਮਾਤਾ ਨਾਨਕੀ ਕਹਿੰਦੀ, ਲਾਲ ਜੀ, ਮੈਂ ਤਾਂ ਬੜੇ ਕੀਮਤੀ ਵਸਤਰ ਤੇਰੇ ਗਲ 'ਚ ਪਵਾਏ ਸੀ ਤੇ ਤੂੰ ਨੰਗੇ ਪਿੰਡੇ ਘਰ ਆ ਗਿਆ, ਕਿਹਨੂੰ ਦੇ ਆਇਆ? ਮਹਾਰਾਜ ਕਹਿੰਦੇ, ਮਾਤਾ, ਇੱਕ ਗਰੀਬ ਬੱਚਾ ਕੰਬ ਰਿਹਾ ਸੀ ਬਾਹਰ, ਜੇ ਸੱਚ ਪੁੱਛੇ ਮੇਰੇ ਤੋਂ ਉਹਦਾ ਨੰਗੇਜ ਨਹੀਂ ਦੇਖਾ ਗਿਆ ਤੇ ਮੈਂ ਬਸਤਰ ਉਹਦੇ ਗਲ ਪਾਇਆ, ਗਹਿਣੇ ਵੀ ਦੇ ਆਇਆ। ਜਿਹੜਾ ਸਾਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਪੱਤ ਢੱਕ ਸਕਦਾ, ਉਹ ਕਿਸੇ ਨੂੰ ਨੰਗਾ ਕਿਵੇਂ ਦੇਖ ਸਕਦਾ? ਸਾਧ ਸੰਗਤ ਜੀ, ਆਪਾਂ ਟੂਕ ਮਾਤਰ ਵਿਚਾਰ ਕਰਨੀ ਹੈ। ਵੈਸੇ ਜੀਵ ਦੀ ਤਾਂ ਕੀ ਮਜਾਲ ਹੈ ਕਿ ਗੁਰੂ ਪ੍ਰਤੀ ਕੁਛ ਵਿਚਾਰ ਕਰੇ। ਅੱਜ ਸਾਡੇ ਅਖੌਤੀ ਵਿਦਵਾਨ ਨੇ ਜਿਹੜੇ, ਉਹ ਕਹਿੰਦੇ ਸੀ ਇਤਿਹਾਸ ਦੀ ਗੱਲ ਨਹੀਂ ਕਰਨੀ। ਇਤਿਹਾਸ ਤਾਂ ਕਹਿੰਦੇ ਬੰਦਿਆਂ ਨੇ ਲਿਖਿਆ ਹੈ, ਅਸੀਂ ਤਾਂ ਬਾਣੀ ਦੀ ਵਿਚਾਰ ਕਰਾਂਗੇ। ਫਿਰ ਇਤਿਹਾਸ ਤਾਂ ਬਾਣੀ ਵਿੱਚ ਵੀ ਬਹੁਤ ਹੈ। ਹਰ ਇੱਕ ਪੰਕਤੀ ਦੇ ਵਿੱਚ ਇਤਿਹਾਸ ਹੈ। ਬਾਣੀ ਦੀ ਹਰ ਪੰਕਤੀ ਵਿੱਚ ਕੋਈ ਸ਼ਬਦ ਮਾਰਨੇ ਉਚਾਰਿਆ, ਕਿਸੇ ਦੇ ਪਰਥਾਏ ਉਚਾਰਿਆ ਹੋਇਆ, ਉਹਦੇ ਵਿੱਚ ਇਤਿਹਾਸ। ਪਰਸੋਂ ਵਿਚਾਰ ਕੀਤੀ ਸੀ ਸੁਲਹੀ ਤੇ ਨਾਰਾਇਣ ਰਾਖ, ਇਹ ਹੁਣ ਬਾਣੀ ਦੇ ਵਿੱਚ ਹੀ ਆਉਂਦਾ ਨਾ ਜ਼ਿਕਰ। ਤੇ ਪੁੱਛਣਗੇ ਵੀ ਸੁਲਹੀ ਤੋਂ ਕਿਵੇਂ ਨਾਰਾਇਣ ਨੇ ਰੱਖਿਆ ਕੀਤੀ, ਤੇ ਇਤਿਹਾਸ ਬਣ ਗਿਆ ਨਾ ਆਪਣੇ ਆਪ। ਬਾਣੀ 'ਚ ਥਾਂ ਥਾਂ ਤੇ ਇਤਿਹਾਸ ਹੈ। ਸੰਮਣ ਜੋ ਇਸ ਪ੍ਰੇਮ ਕੀ, ਦਮ ਕਿਹੋ ਹੋਤੀ ਸਾਟ, ਰਾਵਣ ਹੂੰ ਤੇ ਰੰਕ ਨਹਿ ਜਿਨ ਸਿਰ ਦੀਨੇ ਕਾਟ। ਤੇ ਸੰਮਣ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕੀ ਹੋ ਗਿਆ ਤੂੰ ਇੱਕ ਪੁੱਤਰ ਦਾ ਸਿਰ ਵੱਢਿਆ ਗੁਰੂ ਦੀ ਖੁਸ਼ੀ ਵਾਸਤੇ? ਰਾਵਣ ਕਿਹੜਾ ਗਰੀਬ ਸੀ ਜਿਹਦੇ ਸੋਨੇ ਦੇ ਮਕਾਨ ਸੀ, ਤੇ ਉਹਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ 10 ਦਿਨ ਸਿਰ ਵੱਢ ਕੇ ਭੇਟਾ ਕਰਦਾ ਰਿਹਾ। ਹੁਣ ਇਤਿਹਾਸ ਨਹੀਂ ਬਾਣੀ ਦੇ ਵਿੱਚ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭਿਖਿਆ ਖਾਏ। ਕੱਲੀ ਕੱਲੀ ਪੰਕਤੀ 'ਚ ਹਿਸਟਰੀ ਹੈ, ਕੱਲੀ ਕੱਲੀ ਪੰਕਤੀ 'ਚ ਇਤਿਹਾਸ ਹੈ।
ਪਤਾ ਨਹੀਂ ਕਿੱਥੋਂ ਗਿਆਨਾ ਸਿੰਘ ਬਣ ਕੇ ਆ ਜਾਂਦੇ ਨੇ, ਆਪ ਹੀ ਘੜੇ ਘੜਾਈ। ਅਸੀਂ ਇਤਿਹਾਸ ਨਹੀਂ ਪੜ੍ਹਨਾ। ਤੁਸੀਂ ਸਿਆਣੇ ਬੈਠੇ ਹੋ। ਜਿਹੜੀ ਕੌਮ ਖਤਮ ਕਰਨੀ ਹੋਵੇ ਉਹਦਾ ਪਹਿਲਾਂ ਇਤਿਹਾਸ ਖਤਮ ਕਰਨਾ ਪੈਂਦਾ ਹੈ। ਸਮਝ ਗਏ? ਕਿਉਂ ਨਹੀਂ ਪੜ੍ਹਨਾ? ਇਤਿਹਾਸ ਕਿਉਂ ਨਹੀਂ ਪੜ੍ਹਨਾ? ਫਿਰ ਇਹ ਮਰ ਜੀਵੜਿਆਂ ਦੀ ਕੌਮ ਹੈ, ਇੱਥੇ ਬੜੇ ਖਤਮ ਕਰਨ ਆਏ ਨੇ, ਖਤਮ ਹੋ ਕੇ ਤੁਰ ਗਏ ਨੇ ਉਹ। ਜਿਹੜਾ ਹੁਣ ਹਿਟਲਰ ਬਣਿਆ ਹੋਇਆ ਇਹਦਾ ਵੀ ਟਾਈਮ ਨੇੜੇ ਹੀ ਲੱਗਿਆ ਲੱਗਦਾ। ਕੌਮਾਂ ਤਾਂ ਜਿਉਂਦਿਆਂ ਹੀ ਦੇ ਇਤਿਹਾਸ ਦੇ ਸਿਰ 'ਤੇ ਨੇ। ਇਹ ਫਿਰ ਕੋਈ ਦਿਨ ਖਾਲੀ ਨਹੀਂ ਹੈ 365 ਦਿਨਾਂ ਵਿੱਚ ਕਿ ਜਿਸ ਦਿਨ ਸਿੱਖ ਨੇ ਆਪਣੀ ਕੌਮ ਧਰਮ ਵਾਸਤੇ, ਦੇਸ਼ ਵਾਸਤੇ ਸ਼ਹਾਦਤ ਨਹੀਂ ਦਿੱਤੀ ਹੈ। ਇਹ ਜਿਉਂਦਿਆਂ ਦਾ ਇਤਿਹਾਸ ਹੈ ਸਾਧ ਸੰਗਤ ਜੀ, ਜਿਉਂਦੀ ਕੌਮ ਦਾ ਇਤਿਹਾਸ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ, ਭੁੱਲ ਜਾਂਦੀਆਂ, ਉਹ ਦੁਨੀਆ ਤੋਂ ਹੌਲੀ ਹੌਲੀ ਮਿਟ ਜਾਂਦੀਆਂ ਹੁੰਦੀਆਂ। ਪਰ ਸਿੱਖ ਨੂੰ 2 ਵਾਰੀ ਰੋਜ਼ ਇਤਿਹਾਸ ਸੁਣਾਇਆ, ਯਾਦ ਕਰਾਇਆ ਜਾਂਦਾ ਹੈ। ਜਿਵੇਂ ਆਪਾਂ ਬਹੁਤ ਵੱਡੀ ਬਿਲਡਿੰਗ ਬਣਾਉਣੀ ਹੈ ਦਰਬਾਰ ਸਾਹਿਬ ਦੀ, ਗੁਰਦੁਆਰਾ ਸਾਹਿਬ ਦੀ, ਅਤੇ ਉਹਦਾ ਨਕਸ਼ਾ ਛੋਟਾ ਜਿਹਾ ਬਣਾ ਕੇ ਇੱਥੇ ਆਪਾਂ ਪਹਿਲਾਂ ਹੀ ਰੱਖ ਦਿੰਦੇ ਹਾਂ ਵੀ ਇਹੋ ਜਿਹਾ ਦਰਬਾਰ ਬਣਨਾ ਹੈ। ਇਹ ਜਿਹੜੀ ਅਰਦਾਸ ਆਪਾਂ 2 ਟਾਈਮ ਕਰਦੇ ਹਾਂ ਨਾ, ਸਾਡੇ ਇਤਿਹਾਸ ਦਾ ਨਕਸ਼ਾ ਹੈ। ਹਰ ਗੱਲ ਅਰਦਾਸ ਵਿੱਚ ਦੱਸੀ ਹੋਈ ਹੈ ਸਿੱਖ ਨੂੰ, ਵੀ ਸਿੱਖ ਨੂੰ ਕੌਣ ਇਤਿਹਾਸ ਭੁਲਾ ਦੇਗਾ। ਜੇ ਅਸੀਂ ਆਖਿਆ ਅਸੀਂ ਇਤਿਹਾਸ ਦੀ ਗੱਲ ਨਹੀਂ ਕਰਨੀ ਤੇ ਕੌਮ ਇਤਿਹਾਸ ਭੁੱਲ ਜਾਏਗੀ? ਨਹੀਂ ਨਹੀਂ, ਬੜੇ ਸੂਰਮੇ ਪੈਦਾ ਹੁੰਦੇ ਰਹਿੰਦੇ ਨੇ ਕੌਮ ਦੇ ਵਿੱਚ। ਸੋ ਸਾਧ ਸੰਗਤ ਜੀ, 13 ਸਾਲ ਦੀ ਉਮਰ ਵਿਆਹ ਸ਼ਾਦੀ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਗੁਜਰੀ ਜੀ ਨਾਲ, ਜਿਨ੍ਹਾਂ ਦੇ ਪਿਤਾ ਦਾ ਨਾਮ ਹੈ ਲਾਲ ਚੰਦ ਤੇ ਮਾਤਾ ਦਾ ਨਾਮ ਹੈ ਬਿਸ਼ਨ ਕੌਰ। ਮਾਤਾ ਗੁਜਰੀ ਜੀ ਦੀ ਮਾਤਾ ਦਾ ਨਾਮ ਬਿਸ਼ਨ ਕੌਰ, ਪਿਤਾ ਲਾਲ ਚੰਦ, ਜਿਨ੍ਹਾਂ ਦੀ ਸਪੁੱਤਰੀ ਮਾਤਾ ਗੁਜਰੀ, ਜਿਹਦੇ ਵਰਗੀ ਮਾਂ ਦੁਨੀਆ ਦੇ ਇਤਿਹਾਸ 'ਤੇ ਨਹੀਂ ਹੋਈ, ਨਾ ਹੋਣੀ ਅੱਗੇ ਵੀ। ਚਾਰ ਮਹੀਨੇ ਵਿਆਹ ਨੂੰ ਹੋਏ ਤੇ ਚੌਥਾ ਜੰਗ 6ਵੇਂ ਪਾਤਸ਼ਾਹ ਦਾ ਕਰਤਾਰਪੁਰ, ਕਾਲੇ ਖਾਂ ਤੇ ਪੈਂਦੇ ਖਾਂ। ਜਿਹੜਾ ਪੈਂਦੇ ਖਾਂ ਮਹਾਰਾਜ ਨੇ ਆਪ ਪਾਲਿਆ ਸੀ, ਛੋਟਾ ਜਿਹਾ ਸੀ, ਮਾਂ ਪਿਓ ਚੜ੍ਹਾਈ ਕਰ ਗਏ, ਪਠਾਨ ਸੀ ਇਹ, ਤੇ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਇਹਨਾਂ ਨੂੰ ਯਤੀਮ ਸਮਝ ਕੇ ਛੱਡ ਦਿੱਤਾ। ਇੱਥੇ ਬਹਿ ਜਾਓ ਜਹਦਰ ਜੀ। ਮਹਾਰਾਜ ਨੇ ਆਪ ਪਾਲਿਆ, ਆਪ ਖੁਰਾਕ ਖਵਾਉਂਦੇ ਰਹੇ। ਪਹਿਲਾ ਜੰਗ ਪਿਪਲੀ ਸਾਹਿਬ ਵਾਲਾ ਪੈਂਦੇ ਖਾਂ ਨੇ ਕੀਤਾ ਹੈ। ਆ ਕੇ ਬੜੀਆਂ ਡੀਂਗਾਂ ਮਾਰਦਾ, ਜੇ ਮੈਂ ਨਾ ਜਾਂਦਾ ਉੱਥੇ ਸਿੱਖਾਂ ਨੇ ਕੀ ਕਰਨਾ ਸੀ। ਤੇ 2 ਜੰਗਾਂ 'ਚ ਫਿਰ ਮਹਾਰਾਜ ਨੇ ਭੇਜਿਆ ਹੀ ਨਹੀਂ ਉਹਨੂੰ। ਚੌਥਾ ਜੰਗ ਫਿਰ ਆਪ ਹੀ ਕਰਨ ਆ ਗਿਆ ਮਹਾਰਾਜ ਦੇ ਨਾਲ। 75,000 ਫੌਜ ਲੈ ਕੇ ਚੜ੍ਹਾਈ ਕੀਤੀ ਸੀ ਉਹਨੇ, ਕਾਲੇ ਖਾਂ ਨੇ ਤੇ ਪੈਂਦੇ ਖਾਂ ਨੇ। 75,000 ਫੌਜ। ਕਰਤਾਰਪੁਰ ਜੰਗ ਹੋਇਆ। ਮਾਤਾ ਨਾਨਕੀ ਤੇ ਮਾਤਾ ਗੁਜਰੀ ਕੋਠੇ ਤੇ ਖੜ ਕੇ ਜੰਗ ਦੇਖ ਰਹੀਆਂ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ 13 ਸਾਲ ਦੀ ਉਮਰ ਵਿੱਚ ਜੰਗ ਕਰ ਰਹੇ ਨੇ। ਮਾਤਾ ਗੁਜਰੀ ਆਪਣੇ ਪਤੀ ਦਾ ਜੰਗ ਦੇਖ ਰਹੀ ਹੈ।
ਜੰਗ 'ਚ ਦੋ ਹੀ ਗੱਲਾਂ ਹੁੰਦੀਆਂ ਨੇ, ਜਾਂ ਜੰਗ ਫਤਿਹ ਕਰ ਲੈਣਾ ਤੇ ਜਾਂ ਸ਼ਹੀਦ ਹੋ ਜਾਣਾ। ਦੋ ਹੀ ਗੱਲਾਂ ਹੁੰਦੀਆਂ ਨੇ। ਤੇ ਕਿਹੜੇ ਪਲ ਕਿੱਧਰ ਨੂੰ ਉਹ ਰੰਗ ਰੂਪ ਬਦਲ ਜਾਂਦਾ, ਰੇਖਾ ਬਦਲ ਜਾਂਦੀ ਹੈ ਜੰਗ ਦੀ। ਮਾਤਾ ਆਪਣੇ ਪੁੱਤਰ ਦਾ ਜੰਗ ਦੇਖ ਰਹੀ ਹੈ ਤੇ ਮਾਤਾ ਗੁਜਰੀ ਆਪਣੇ ਪਤੀ ਦਾ ਜੰਗ ਦੇਖ ਰਹੀ ਹੈ ਕੋਠੇ ਤੇ ਖੜ ਕੇ। ਸਵੇਰ ਦੇ ਜੰਗ ਕਰ ਰਹੇ ਨੇ। ਮਾਤਾ ਨਾਨਕੀ ਨੇ ਸਿੱਖ ਭੇਜਿਆ, ਜਾ ਮੇਰੇ ਪੁੱਤਰ ਨੂੰ ਬੁਲਾ ਲਿਆ, ਉਮਰ ਨਿਆਣੀ ਹੈ, ਸਵੇਰ ਦੇ ਜੰਗ ਕਰ ਰਹੇ ਨੇ, ਥੱਕ ਗਏ ਹੋਣਗੇ। ਸਿੱਖ ਜਾ ਕੇ ਕਹਿੰਦਾ, ਮਹਾਰਾਜ ਤੁਹਾਨੂੰ ਮਾਤਾ ਨੇ ਬੁਲਾਇਆ ਹੈ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਸੂਰਮਾ ਦੋ ਤਰੀਕਿਆਂ ਨਾਲ ਹੀ ਜੰਗ ਚੋਂ ਮੁੜਦਾ ਹੈ, ਜਾਂ ਜੰਗ ਫਤਿਹ ਕਰਕੇ ਜਾਂ ਸ਼ਹੀਦ ਹੋ ਕੇ। ਸੂਰਮੇ ਦਾ ਧਰਮ ਨਹੀਂ ਜੰਗ ਨੂੰ ਵਿਚਾਲੇ ਛੱਡ ਕੇ ਆ ਜਾਵੇ। ਜੰਗ ਫਤਿਹ ਹੋ ਗਿਆ ਕਰਤਾਰਪੁਰ ਵਾਲਾ। ਸੱਚੇ ਪਾਤਸ਼ਾਹ ਨੇ ਦੇਖਿਆ ਕਿ ਜਿਹੜੀ ਲਾਹੌਰ ਤੋਂ ਦਿੱਲੀ ਨੂੰ ਸੜਕ ਜਾਂਦੀ ਹੈ, ਇੱਥੋਂ ਕੋਈ ਰੋਜ਼ ਸੂਬਾ, ਕੋਈ ਰੋਜ਼ ਨਵਾਬ ਲੰਘਦਾ ਤੇ ਜੰਗ ਦੀ ਨੌਬਤ ਬਣੀ ਰਹਿੰਦੀ ਹੈ। ਬਾਬਾ ਗੁਰਦਿੱਤਾ ਜੀ ਨੂੰ ਭੇਜਿਆ, ਜਾਓ ਇੱਧਰ ਪਹਾੜੀ ਦੇ ਵਿੱਚ ਜਗ੍ਹਾ ਦੇਖੋ ਨਗਰ ਵਸਾਉਣ ਵਾਸਤੇ। ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਬਾਬਾ ਗੁਰਦਿੱਤਾ ਜੀ ਕਹਿ ਕੇ ਬੁਲਾਇਆ ਕਰਦੇ ਸੀ, ਆਪਣੇ ਸਾਹਿਬਜ਼ਾਦੇ ਨੂੰ ਇੰਨੇ ਸਤਿਕਾਰ ਨਾਲ ਬੁਲਾਉਂਦੇ ਸੀ। ਛੇਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਕਹਿ ਕੇ ਬੁਲਾਇਆ ਕਰਦੇ ਸੀ। ਪੁੱਛਿਆ, ਮਹਾਰਾਜ ਤੁਹਾਡਾ ਸਾਹਿਬਜ਼ਾਦਾ, ਇਹਨੂੰ ਤੁਸੀਂ ਬਾਬਾ ਗੁਰਦਿੱਤਾ ਜੀ ਕਹਿੰਦੇ ਹੋ? ਮਹਾਰਾਜ ਕਹਿੰਦੇ, ਹਾਂ। ਇਹਨੇ ਸੱਤਵੇਂ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਨਾਨਕ ਦੀ ਸੱਤਵੀਂ ਜੋਤ ਟਿਕਣੀ ਹੈ, ਉਸ ਗੁਰੂ ਦਾ ਪਿਤਾ ਇਹਨਾਂ ਨੇ ਬਣਨਾ, ਸੱਤਵੇਂ ਪਾਤਸ਼ਾਹ ਮਹਾਰਾਜ। ਇਸ ਕਰਕੇ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਕਹਿ ਕੇ ਬੁਲਾਉਂਦੇ ਹਾਂ। ਇੱਥੇ ਜਗ੍ਹਾ ਦੇਖ ਰਹੇ ਨੇ, ਇੱਕ ਪਾਸੇ ਸਤਲੁਜ ਦਰਿਆ ਹੈ, ਇੱਕ ਪਾਸੇ ਪਹਾੜੀ ਹੈ, ਇੱਕ ਪਾਸੇ ਮੈਦਾਨੀ ਇਲਾਕਾ। ਇੱਥੇ ਬੁੱਢਣ ਸ਼ਾਹ ਪੀਰ ਮਿਲਿਆ ਬਾਬਾ ਗੁਰਦਿੱਤਾ ਜੀ ਨੂੰ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਏ ਬੁੱਢਣ ਸ਼ਾਹ ਨੂੰ। ਬੁੱਢਣ ਸ਼ਾਹ ਨੇ ਇੱਕ ਕਟੋਰਾ ਭਰ ਕੇ ਦੁੱਧ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਭੇਟਾ ਕੀਤਾ, ਮਹਾਰਾਜ ਛਕੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਪੀਰ ਸਾਈਂ ਦੁੱਧ ਛਕਾਂਗੇ ਜ਼ਰੂਰ, ਪਰ ਛੇਵੇਂ ਜਾਮੇ 'ਚ ਤੁਹਾਡੇ ਕੋਲੋਂ ਦੁੱਧ ਛਕਾਂਗੇ। ਇਹ ਬੰਦਗੀ ਕਰਦੇ ਨੇ, ਬੜੀਆਂ ਬਰਕਤਾਂ ਨੇ, ਬੜੀ ਤਾਕਤ ਦੇ ਮਾਲਕ ਨੇ। ਬੁੱਢਣ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਹੁੰਦਾ ਸੀ। ਇੰਨੀ ਤਾਕਤ ਸੀ, ਇੰਨੀ ਬਰਕਤਾਂ ਦਾ ਮਾਲਕ ਸੀ ਉਹ। ਅੱਜ ਕੱਲ੍ਹ ਨਿੰਦਿਆ ਉਹ ਵੀ ਕਰ ਲੈਂਦੇ ਨੇ ਜਿਨ੍ਹਾਂ ਦੇ ਘਰ ਦੇ ਜਵਾਕ ਨਹੀਂ ਆਖੇ ਲੱਗਦੇ। ਸੰਤ ਨਹੀਂ ਹੁੰਦੇ, ਕੋਈ ਸੰਤ ਨਹੀਂ ਕਹਿਣਾ ਚਾਹੀਦਾ। ਜੇ ਨਹੀਂ ਕਹਿਣਾ ਚਾਹੀਦਾ ਨਾ ਕਹੋ, ਤੁਹਾਡਾ ਐਵੇਂ ਢਿੱਡ ਦੁਖੀ ਜਾਂਦਾ। ਤੁਹਾਨੂੰ ਕਹਿੰਦਾ ਕੋਈ ਕਹੋ ਆ ਕੇ ਸੰਤ ਕਿਸੇ ਨੂੰ। ਭਾਈ ਕਹਿ ਲੈਣਾ ਕੋਈ ਸੌਖੀ ਗੱਲ ਹੈ। ਕਿਹਨਾਂ ਨੇ ਖਵਾਇਆ ਭਾਈ? ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ। ਕੋਈ ਛੋਟਾ ਖਿਤਾਬ ਹੈ ਕਿਤੇ? ਖਾਲਾ ਜੀ ਦਾ ਬੜਾ ਹੈ। ਗੁਰਮੁਖ ਅਖਵਾ ਲੈਣਾ, ਗੁਰਸਿੱਖ ਅਖਵਾ ਲੈਣਾ,
ਭਾਈ ਅਖਵਾ ਲੈਣਾ, ਸਾਧੂ ਅਖਵਾ ਲੈਣਾ, ਸੰਤ ਅਖਵਾ ਲੈਣਾ ਕੋਈ ਸੌਖੀ ਬਾਤ ਨਹੀਂ ਹੈ। ਬਣਨਾ ਬਹੁਤ ਔਖਾ ਹੈ। ਅਖਵਾ ਲੈਣਾ ਤਾਂ ਜੋ ਕੁਝ ਮਰਜ਼ੀ ਅਖਵਾ ਲਓ ਸਾਧ ਸੰਗਤ ਜੀ, ਪਰ ਉਹ ਵੀ ਲੋਕ ਨਿੰਦਿਆ ਕਰਦੇ ਨੇ ਜਿਨ੍ਹਾਂ ਨੇ ਬੁੱਕ ਭਰ ਕੇ ਕਦੇ ਪਾਣੀ ਨਹੀਂ ਦਿੱਤਾ। ਨਿੰਦਿਆ ਉਹਨਾਂ ਦੀ ਕਰਦੇ ਨੇ ਜਿਨ੍ਹਾਂ ਨੇ ਗੰਗਾ ਲਿਆਂਦੀ ਹੈ। ਆਪਣਾ ਦੇ ਚਰੂ ਪਰ ਪਾਣੀ, ਤਿਹ ਨਿੰਦਾ ਜੈ ਗੰਗਾ ਆਣੀ। ਇਹ ਬੰਦਗੀ ਦੀਆਂ ਤਾਕਤਾਂ ਨੇ। ਖਾਂਦਾ ਤਾਂ ਭਾਵੇਂ ਸ਼ੇਰ ਮਾਸ ਹੀ ਹੈ, ਉਹਦੀ ਰੱਬ ਨੇ ਹੋਰ ਕੋਈ ਖੁਰਾਕ ਹੀ ਨਹੀਂ ਰੱਖੀ, ਤੇ ਜਿਹਦਾ ਵੀ ਮਾਸ ਮਿਲ ਜਾਏ ਉਹ ਖਾ ਕੇ ਆਪਣੀ ਭੁੱਖ ਮਿਟਾ ਲੈਂਦਾ ਹੈ, ਪਰ ਉਹਨੂੰ ਸਭ ਤੋਂ ਚੰਗਾ ਮਾਸ ਬੱਕਰੀ ਦਾ ਲੱਗਦਾ ਹੈ। ਪਰ ਬੰਦਗੀ ਵਿੱਚ ਇੰਨੀ ਤਾਕਤ ਹੈ ਨਾਮ ਵਿੱਚ ਕਿ ਬੰਦਗੀ ਵਾਲਿਆਂ ਦੀਆਂ ਬੱਕਰੀਆਂ ਸ਼ੇਰ ਚਾਰਦੇ। ਭਾਵੇਂ ਮਹਾਰਾਜ ਦਾ ਬਾਣੀ ਵਿੱਚ ਬਚਨ ਹੈ, ਜੇ ਪਰਮੇਸ਼ਰ ਚਾਹੇ ਸ਼ੇਰ ਤੇ ਬੱਕਰੀ ਨੂੰ ਇਕੱਠਿਆਂ ਰੱਖ ਸਕਦਾ ਹੈ। ਬੱਕਰੀ ਸਿੰਘ ਇੱਕ ਥਾਂ ਰਾਖੈ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਭਾਵੇਂ ਸਾਡੇ ਮਨ ਦੀ ਬਿਰਤੀ ਦੀ ਗੱਲ ਹੈ, ਸ਼ੇਰ ਵਾਲੀ ਬਿਰਤੀ ਵੀ ਆਪਣੇ ਅੰਦਰ ਹੈ ਤੇ ਬੱਕਰੀ ਵਾਲੀ ਵੀ ਹੈ। ਅੰਦਰ ਦੀ ਵੀ ਗੱਲ ਹੈ, ਖੇਤੀ ਮਾਰ ਨੇ ਅੰਦਰ ਦੀ ਵੀ ਦੱਸੀ ਹੈ ਤੇ ਬਾਹਰਲੀ ਵੀ ਕੀਤੀ ਹੈ। ਕਰਤਾਰਪੁਰ 18 ਸਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਹਲ ਵਾਹਿਆ, ਬਾਹਰਲੀ ਖੇਤੀ ਵੀ ਤੇ ਮਹਾਰਾਜ ਨੇ ਅੰਦਰਲੀ ਖੇਤੀ ਵੀ ਦੱਸਿਆ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ, ਸੇ ਕਰ ਭਾਗਠ ਦੇਖ ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ। ਇਹ ਅੰਦਰਲੀ ਖੇਤੀ ਦਾ ਵੀ ਉਪਦੇਸ਼ ਕੀਤਾ ਮਹਾਰਾਜ ਨੇ। ਬੁੱਢਣ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਹੁੰਦਾ ਸੀ। ਇਹ ਗੱਲ ਛੋਟੀ ਨਹੀਂ ਹੈ, ਕਹਿ ਦੇਣੀ ਸੌਖੀ ਹੈ ਤੇ ਸੁਣਨੀ ਵੀ ਸੌਖੀ ਹੈ। ਬੰਦਗੀ ਵਾਲਿਆਂ ਵਾਸਤੇ ਤਾਂ ਗੱਲਾਂ ਨੇ ਜਿਹੜੀਆਂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਸਾਰੀ ਸ੍ਰਿਸ਼ਟੀ ਉਹਦੀਆਂ ਪ੍ਰਕਰਮਾਂ ਕਰਦੀ ਹੈ ਬ੍ਰਹਮ ਗਿਆਨੀ ਦੀਆਂ। ਉਹਦੇ ਹੁਕਮ 'ਚ ਚੱਲਦੀ ਸਾਰੀ ਸ੍ਰਿਸ਼ਟੀ। ਰੱਬ ਦੀ ਬੰਦਗੀ ਵਾਲੇ ਸ਼ੇਰ ਦੀ ਸਵਾਰੀ ਕਰਦੇ। ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਦਲੇਰ ਸਮਝਦੇ ਆ ਨਾ, ਸ਼ੇਰ ਨੂੰ ਦੇਖ ਕੇ ਉਹਨਾਂ ਦੇ ਹੱਥੋਂ ਰਫਲਾਂ ਡਿੱਗ ਜਾਂਦੀਆਂ। ਇੰਨਾ ਭੈ ਆਉਂਦਾ ਉਹਦਾ। ਪਰ ਬੰਦਗੀ ਵਿੱਚ ਇੰਨੀ ਤਾਕਤ ਹੈ। ਸੁੰਦਰ ਸ਼ਾਹ ਸ਼ੇਰ ਦੀ ਸਵਾਰੀ ਕਰਦਾ ਹੁੰਦਾ ਸੀ। ਯੂਪੀ ਦੇ ਵਿੱਚ ਦਿਓ ਨਗਰ, ਛੇਵੇਂ ਪਾਤਸ਼ਾਹ ਮਹਾਰਾਜ ਫੌਜਾਂ ਸਮੇਤ ਗਏ ਦਿਓ ਨਗਰ ਯੂਪੀ 'ਚ। ਇਹ ਸ਼ੇਰ ਤੇ ਚੜ੍ਹ ਕੇ ਆਇਆ ਸੁੰਦਰ ਸ਼ਾਹ ਵੀ ਮਹਾਰਾਜ ਡਰ ਜਾਣਗੇ, ਮੇਰਾ ਪ੍ਰਭਾਵ ਪਵੇਗਾ ਉਹਨਾਂ ਦੇ ਉੱਤੇ। ਹੁਣ ਦੀਵਾ ਆਪਣੀ ਲਾਈਟ ਦਿਖਾਉਂਦਾ ਸੂਰਜ ਨੂੰ। ਜਦ ਮਹਾਰਾਜ ਦੇ ਕੋਲ ਆ ਗਿਆ, ਮਹਾਰਾਜ ਨੇ ਦੇਖਿਆ ਉੱਧਰ ਨੂੰ, ਉੱਥੇ ਆਕੜਿਆ ਖੜਾ ਹੈ, ਬੜੀਆਂ ਚਾਬਕਾਂ ਮਾਰਦਾ ਹੈ, ਪਰ ਸ਼ੇਰ ਨਹੀਂ ਤੁਰਦਾ। ਉਤਰਿਆ ਸ਼ੇਰ ਤੋਂ, ਸ਼ੇਰ ਜੰਗਲ ਨੂੰ ਦੌੜ ਗਿਆ। ਹੰਕਾਰ ਲੈ ਗਿਆ ਮਨ ਤੋਂ, ਚਰਨਾਂ 'ਚ ਬਹਿ ਗਿਆ। ਸੱਪ ਕੁੰਜ ਤਾਂ ਲਾ ਦਿੰਦਾ ਪਰ ਜ਼ਹਿਰ ਤਾਂ ਨਹੀਂ ਨਾ ਛੱਡਦਾ। ਹੰਕਾਰ ਹਉਮੈ ਐਡੀ ਛੇਤੀ ਅੰਦਰੋਂ ਨਹੀਂ ਜਾਂਦੀ। ਹੁਣ ਬੈਠਾ ਮਰ ਦੇ ਕਲਗੀ 'ਚ ਹੀਰਾ ਲੱਗਿਆ ਬੜਾ ਕੀਮਤੀ। ਸਾਹਿਬਜ਼ਾਦੇ ਬੈਠੇ ਨੇ, ਇੱਧਰ ਗੁਰੂ ਕੇ ਮਹਿਲ ਬੈਠੇ ਨੇ।
फिर शंका करदा है, पीर की ते माया की, पीर की ते पुत्र की, पीर की ते स्त्री की, पीर की ते हिंदू की। ਇਹ ਗੱਲ ਸੁਣ ਕੇ ਛੇਵੇਂ ਪਾਤਸ਼ਾਹ ਮਹਾਰਾਜ ਨੇ 4 ਬਚਨ ਕਰਕੇ ਉਹਦਾ ਸ਼ੰਕਾ ਨਿਵਰਤ ਕਰ ਦਿੱਤਾ। ਮਾਇਆ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਅਮਾਨ, ਪੀਰ ਹਿੰਦੂ ਨਾ ਮੁਸਲਮਾਨ। ਇਹ ਵਸਤਾ ਦਾ ਨਾਂ ਹੈ, ਕੱਪੜਿਆਂ ਦਾ ਨਾਂ ਨਹੀਂ ਹੈ। ਸ਼ਰਧਾ ਹੋ ਗਈ ਸੁੰਦਰ ਸ਼ਾਹ ਦੇ ਮਨ 'ਚ। ਕਹਿੰਦਾ ਮਹਾਰਾਜ, ਭਾਵੇਂ ਤੁਹਾਡਾ ਬਾਹਰਲਾ ਲਿਬਾਸ ਰਾਜਸੀ ਹੈ, ਰਾਜਿਆਂ ਵਾਲਾ ਹੈ, ਪਰ ਅੰਦਰ ਆਤਮ ਗਿਆਨ ਦੇ ਖਜ਼ਾਨੇ ਭਰਪੂਰ ਨੇ। ਮੇਰੇ 'ਤੇ ਕਿਰਪਾ ਕਰੋ। ਮੇਰਾ ਜੇ ਵਰਨ ਦਾ ਪਰਦਾ ਦੂਰ ਨਹੀਂ ਹੋਇਆ, ਕਰਾਮਾਤਾਂ ਨੇ, ਸ਼ਕਤੀਆਂ ਨੇ, ਪਰ ਮੇਰੇ ਅੰਦਰ ਉਹ ਸਹਿਜ ਅਵਸਥਾ ਨਹੀਂ ਆਈ, ਟਿਕਾ ਨਹੀਂ ਆਇਆ, ਆਤਮ ਗਿਆਨ ਨਹੀਂ ਹੋਇਆ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਨੂੰ ਮਿਲੋ। ਭਾਈ ਬਿਧੀ ਚੰਦ ਜੀ ਦੇ ਨਾਲ ਇਹਦੀ ਸੰਗਤ ਹੋਈ, ਇੰਨੀ ਸਾਂਝ ਹੋ ਗਈ, ਸਾਂਝ ਕੀਜੈ ਗੁਣੈ ਕੇਰੀ, ਛਾੜ ਅਵਗੁਣ ਚੱਲੀਐ। ਗੁਣਾਂ ਦੀ ਇੰਨੀ ਸਾਂਝ ਹੋ ਗਈ ਭਾਈ ਬਿਧੀ ਚੰਦ ਜੀ ਦੇ ਨਾਲ। ਸੁੰਦਰ ਸ਼ਾਹ ਕਹਿੰਦਾ, ਭਾਈ ਬਿਧੀ ਚੰਦ ਜੀ, ਮੇਰੇ ਮਨ ਦੀ ਇੱਛਾ ਹੈ ਕਿ ਆਪਾਂ ਦੋਵੇਂ ਇਕੱਠੇ ਸਰੀਰ ਛੱਡੀਏ। ਭਾਈ ਬਿਧੀ ਚੰਦ ਕਹਿੰਦੇ, ਚੰਗਾ ਸੁੰਦਰ ਸ਼ਾਹ, ਜੇ ਤੇਰੇ ਮਨ ਦਾ ਐਸਾ ਹੀ ਖਿਆਲ ਹੈ ਤਾਂ ਆਪਾਂ ਇਕੱਠੇ ਸਰੀਰ ਛੱਡਾਂਗੇ। ਹੁਣ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਦਾ ਭਾਈ ਬਿਧੀ ਚੰਦ ਕਿ ਮਹਾਰਾਜ, ਮੈਂ ਸੁੰਦਰ ਸ਼ਾਹ ਨਾਲ ਬਚਨ ਕਰ ਆਇਆ ਸੀ, ਉਹਦੀ ਤਿਆਰੀ ਹੈ ਹੁਣ ਸੱਚਖੰਡ ਨੂੰ ਜਾਣ ਦੀ, ਉਹ ਅਰਦਾਸਾਂ ਕਰ ਰਿਹਾ ਹੈ। ਹੁਣ ਕਿਰਪਾ ਕਰੋ, ਆਗਿਆ ਦਿਓ। ਭਾਈ ਬਿਧੀ ਚੰਦ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਛੇਵੇਂ ਪਾਤਸ਼ਾਹ ਨੇ। ਕਿੰਨਾ ਚਿਰ ਗੱਲ ਦੇ ਨਾਲ ਲੱਗੇ ਰਹੇ। ਕਦੇ ਬਾਬੇ ਟਲ ਰਾਏ ਦਾ ਹੱਥੀਂ ਸੰਸਕਾਰ ਕੀਤਾ ਤੇ ਨੇਤਰਾਂ 'ਚ ਜਲ ਨਹੀਂ ਆਇਆ। ਭਾਈ ਬਿਧੀ ਚੰਦ ਜੀ ਜਦੋਂ ਤੁਰਨ ਲੱਗੇ, ਉਦੋਂ ਮਹਾਰਾਜ ਦੇ ਨੇਤਰਾਂ 'ਚ 2 ਮੋਤੀਆਂ ਵਰਗੇ ਅਥਰੂ ਆਏ। ਪਵਿੱਤਰ ਦਾੜੇ ਤਿਆਗ ਕੇ ਰੁਕ ਗਏ। ਪੁੱਤਰਾਂ ਦਾ ਮੋਹ ਨਹੀਂ ਆਇਆ, ਸਿੱਖ ਦਾ ਪਿਆਰ ਆਇਆ ਮਨ 'ਚ। ਮੋਹ ਮੈਲਾ ਤੇ ਗੁਰੂ ਦਾ ਪ੍ਰੇਮ ਸੱਚਾ ਹੈ। ਕਿਤੇ ਮੋਹ 'ਚ ਰੋਈਏ ਪੁੱਤਰਾਂ ਦੇ ਤਾਂ ਮਨ ਮੈਲਾ ਹੋ ਜਾਂਦਾ ਹੈ। ਕਿਤੇ ਗੁਰੂ ਦੀ ਯਾਦ ਵਿੱਚ, ਸਤਿਪੁਰਸ਼ਾਂ ਦੀ ਯਾਦ ਵਿੱਚ ਕਿਤੇ ਨੇਤਰ ਸਜਲ ਹੋ ਜਾਣ ਤਾਂ ਮਨ ਤੋਂ ਮੈਲ ਲੈ ਜਾਂਦੀ ਹੈ। ਪ੍ਰੇਮ ਸੱਚਾ ਹੈ, ਮੋਹ ਝੂਠਾ ਹੈ। ਜਦ ਸਾਹਿਬਜ਼ਾਦੇ ਸ਼ਹੀਦ ਹੋਏ, ਗੜੀ ਚਮਕੌਰ ਜਕਾਰੇ ਛੱਡਦੇ ਰਹੇ, ਤੇ ਜਦੋਂ ਭਾਈ ਮਹਾਂ ਸਿੰਘ ਨੇ ਮਹਾਰਾਜ ਦੀ ਝੋਲੀ 'ਚ ਸਰੀਰ ਛੱਡਿਆ, ਉਦੋਂ ਫਿਰ ਮਹਾਰਾਜ ਦੇ ਨੇਤਰਾਂ 'ਚ ਜਲ ਆਇਆ। ਇਸ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਬਿਧੀ ਚੰਦ, ਤੇਰੇ ਵਰਗੇ ਸਿੱਖ ਮਾਂ ਰੋਜ਼ ਰੋਜ਼ ਨਹੀਂ ਜੰਮਦੀ, ਕਦੇ ਕਦੇ ਤੇਰੇ ਵਰਗੇ ਸਿੱਖ ਜਨਮ ਲੈਂਦੇ ਹੁੰਦੇ। ਜਾ ਕੇ ਦਿਓ ਨਗਰ, ਭਾਈ ਬਿਧੀ ਚੰਦ ਜੀ ਨੇ ਤੇ ਸੁੰਦਰ ਸ਼ਾਹ ਨੇ ਯੂਪੀ 'ਚ ਇਕੱਠਿਆਂ ਨੇ ਸਰੀਰ ਛੱਡਿਆ। ਫਿਰ ਦਿਓ ਨਗਰ ਦੇ ਵਿੱਚ ਉੱਥੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਬਿਧੀ ਚੰਦ ਇਸ ਵੇਲੇ ਸੇਵਕ ਉਹਨਾਂ ਨੇ ਕਰਾ ਰਹੇ ਨੇ। ਮੁਖੀ ਭਾਈ ਬਿਧੀ ਚੰਦ ਦਲ ਦੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ। ਇਸ ਕਰਕੇ ਬੰਦਗੀ ਵਾਲਿਆਂ ਦੀਆਂ ਗੱਲਾਂ ਨੇ। ਸ਼ੇਰ ਬੱਕਰੀਆਂ ਚਾਰਦੇ ਨੇ ਬੰਦਗੀ ਵਾਲਿਆਂ ਦੀਆਂ, ਸ਼ੇਰ ਦੀ ਸਵਾਰੀ ਕਰ ਲੈਂਦੇ ਨੇ ਉਹ। ਸ੍ਰੀ ਚੰਦ ਮਹਾਰਾਜ ਦਾ ਅਰਦਲੀ ਸੀ ਭਾਈ ਕਮਲੀਆ, ਉਹ ਜੰਗਲ 'ਚੋਂ ਲੱਕੜਾਂ ਲੈਣ ਗਏ ਲੰਗਰ ਵਾਸਤੇ। ਗੱਡਾ ਬਲਦ ਜੋੜਿਆ ਸੀ ਗੱਡੇ 'ਚ, ਸ਼ੇਰ ਨਿਕਲਿਆ, ਦਾੜਿਆ ਸ਼ੇਰ, ਗਰਜਿਆ ਤੇ ਬਲਦ ਰੱਸਾ ਤਲਾ ਕੇ ਦੌੜ ਗਿਆ।
ਗੱਡਾ ਲੱਕੜਾਂ ਦਾ ਭਰਿਆ ਸੀ। ਸ਼ੇਰ ਤੁਰਿਆ ਆਉਂਦਾ, ਗਰਦਨ ਦੇ ਵਾਲ ਖਿਲਾਰੇ ਨੇ, ਪੂਛ ਉੱਤਾਂ ਨੂੰ ਕੀਤੀ ਹੋਈ। ਜਦ ਕੋਲ ਆਇਆ, ਕੰਨ ਤੋਂ ਫੜਿਆ, ਭਾਈ ਕਮਲੀਏ ਨੇ ਸ਼ੇਰ ਨੂੰ ਤੇ ਗੱਡੇ 'ਚ ਜੋੜ ਲਿਆ। ਇਹ ਅਚਰਜ ਕਥਾ ਨਹੀਂ ਹੈ। ਅਚਰਜ ਉਹਨੂੰ ਕਹਿੰਦੇ ਨੇ ਜਿਹੜੀ ਆਪਣੀ ਸਮਝ ਨਾ ਆਵੇ ਗੱਲ ਵੀ ਕਿਵੇਂ ਹੋ ਸਕਦਾ ਹੈ, ਹੈਰਾਨੀ ਦੀ ਗੱਲ ਹੈ। ਪੰਜਵੇਂ ਪਾਤਸ਼ਾਹ ਤਾਂ ਹੀ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਕਥਾ ਹੀ ਅਚਰਜ ਰੂਪ ਹੁੰਦੀ ਹੈ। ਉਹ ਵੀ ਕਰ ਦਿੰਦੇ ਨੇ ਜਿਹੜਾ ਨਹੀਂ ਹੁੰਦਾ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਚਰਜ ਕਥਾ। ਸ਼ੇਰ ਨੂੰ ਕੰਨ ਤੋਂ ਫੜਨਾ ਤੇ ਗੱਡੇ 'ਚ ਜੋੜ ਲੈਣਾ। ਆਪਾਂ ਤਾਂ ਉਸ ਗਲੀ 'ਚ ਨੂੰ ਲੰਘਦੇ ਜਿਹੜੀ ਗਲੀ 'ਚ ਕੁੱਤਾ ਤਗੜਾ ਹੋਵੇ, ਇੱਧਰ ਨਾ ਜਾਏ ਜੇ ਕੁੱਤਾ ਬੜਾ ਤਗੜਾ ਇੱਧਰ। ਇਹ ਤਾਂ ਹੁਣ ਬੰਦਗੀ ਵਾਲੇ ਕਰ ਸਕਦੇ ਨਾ ਸਾਧ ਸੰਗਤ। ਇੱਥੇ ਬਾਬਾ ਗੁਰਦਿੱਤਾ ਜੀ ਨੂੰ ਮਿਲੇ ਪੀਰ ਬੁੱਢਣ ਸ਼ਾਹ, ਤੇ ਜਦੋਂ ਦੇਖਿਆ ਸਰੂਪ ਬਾਬਾ ਗੁਰਦਿੱਤਾ ਜੀ ਦਾ ਚਿਹਰਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਦਾ ਜੁਲਦਾ ਸੀ। ਇਹਨੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਪੂਰੀ ਕਰੋ ਜਿਹੜਾ ਪਹਿਲੇ ਜਾਮੇ 'ਚ ਬਚਨ ਕੀਤਾ ਸੀ। ਤੇ ਬਾਬਾ ਗੁਰਦਿੱਤਾ ਜੀ ਕਹਿੰਦੇ ਨੇ ਆਉਣ ਵਾਲੇ ਨੇ, ਤੁਹਾਡੀ ਇੱਛਾ ਪੂਰੀ ਕਰਨਗੇ ਹੁਣ ਉਹ। ਮੈਂ ਉਹਨਾਂ ਦਾ ਪੁੱਤਰ ਹਾਂ, ਸਾਹਿਬਜ਼ਾਦਾ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਆਏ, ਇਹਨੇ ਫਿਰ ਦੁੱਧ ਭੇਟਾ ਕੀਤਾ। ਮਹਾਰਾਜ ਤੁਸੀਂ ਬਚਨ ਕੀਤਾ ਸੀ ਕਿ ਛੇਵੇਂ ਜਾਮੇ 'ਚ ਦੁੱਧ ਛਕਾਂਗੇ ਤੁਹਾਡੇ ਕੋਲ ਆ ਕੇ, ਤੇ ਨਾਲੇ ਦੁੱਧ ਛਕਿਆ, ਨਾਲੇ ਉਹ ਜਿਹੜਾ ਵਰਨ ਦਾ ਪਰਦਾ ਜੇ ਰਹਿੰਦਾ ਸੀ ਦੂਰ ਕੀਤਾ, ਆਤਮ ਗਿਆਨ ਬਖਸ਼ਿਆ। ਇੱਥੇ ਨਗਰ ਵਸਾਇਆ ਕੀਰਤਪੁਰ ਸਾਹਿਬ। ਛੇਵੇਂ ਪਾਤਸ਼ਾਹ ਮਹਾਰਾਜ ਨੇ। ਸੱਤਵੇਂ ਤੇ ਅੱਠਵੇਂ ਪਾਤਸ਼ਾਹ ਦਾ ਜਨਮ ਕੀਰਤਪੁਰ ਸਾਹਿਬ ਹੋਇਆ। ਸੱਤਵੇਂ ਪਾਤਸ਼ਾਹ ਨੇ ਜਨਮ ਲੈਣਾ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ। ਬਾਬੇ ਗੁਰਦਿੱਤੇ ਦੇ ਘਰੋਂ ਛੇਵੇਂ ਪਾਤਸ਼ਾਹ ਦੀ ਨੂੰਹ ਤੇ ਸੱਤਵੇਂ ਪਾਤਸ਼ਾਹ ਦੀ ਮਾਤਾ ਨਿਹਾਲ ਕੌਰ। ਜਨਮ ਲੈਣਾ ਸੱਤਵੇਂ ਪਾਤਸ਼ਾਹ ਨੇ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਬਾਬੇ ਗੁਰਦਿੱਤੇ ਨੂੰ, ਜਾ ਸਾਡੀ ਨੂੰਹ ਨੂੰ ਕਹੋ ਜਾ ਕੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰੇ। ਜਿੰਨੇ ਉਹਦੀ ਕੁੱਖੋਂ ਜਨਮ ਲੈਣਾ ਉਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ ਹੈ। ਸਾਧ ਸੰਜੀ, ਬੱਚੇ ਦੇ ਜੀਵਨ ਦਾ ਮੁੱਢ ਮਾਂ ਦੀ ਕੁੱਖ ਤੋਂ ਵੱਜਦਾ ਹੈ। ਜਦ ਬੱਚੇ ਦੀ ਪਰਵਰਿਸ਼ ਹੋ ਰਹੀ ਹੈ ਨਾ, ਜਿਹੋ ਜਿਹੇ ਮਾਂ ਦੇ ਖਿਆਲ ਹੋਣਗੇ ਬੱਚੇ ਦੇ ਜੀਵਨ ਤੇ ਅਸਰ ਹੋ ਜਾਏਗਾ। ਜਿਹੜੀ ਮਾਂ ਚਿੰਤਾ ਕਰਦੀ ਹੈ, ਦੁਖੀ ਹੈ, ਅਸ਼ਾਂਤ ਹੈ, ਸੜਦੀ ਬਲਦੀ ਰਹਿੰਦੀ ਹੈ, ਤੇ ਬੱਚੇ ਨੇ ਜਨਮ ਲੈਣਾ ਹੈ, ਉਹਦੀ ਕੁੱਖੋਂ ਅਪਾਹਜ ਬੱਚਾ ਜਨਮ ਲਏਗਾ ਤੇ ਰੋਗੀ ਬੱਚਾ ਜਨਮ ਲਏਗਾ। ਜੇ ਉਸ ਵੇਲੇ ਮਾਂ ਦੀ ਹਾਲਤ ਹੈ, ਦੁਖੀ ਹੈ, ਸ਼ਾਂਤ ਹੈ, ਸੜਦੀ ਬਲਦੀ ਹੈ, ਚਿੰਤਾਤੁਰ ਹੈ, ਜਾਂ ਤਾਂ ਅਪਾਹਜ ਬੱਚਾ ਹੋਏਗਾ ਜਾਂ ਰੋਗੀ ਹੋਏਗਾ। ਤੇ ਜਿਹੜੀ ਮਾਂ ਦੇ ਖਿਆਲ ਬੜੇ ਪਵਿੱਤਰ ਨੇ ਤੇ ਖੁਸ਼ ਹੈ, ਉਹਦੀ ਕੁੱਖੋਂ ਤੰਦਰੁਸਤ ਤੇ ਚੰਗੇ ਖਿਆਲਾਂ ਵਾਲਾ ਬੱਚਾ ਜਨਮ ਲੈਂਦਾ ਹੈ। ਤੇ ਜਿਹੜੀ ਮਾਂ ਨੇ ਆਪਣੀ ਕੁੱਖੋਂ ਸੂਰਮਾ ਪੈਦਾ ਕਰਨਾ ਹੋਵੇ, ਉਸ ਮਾਂ ਨੂੰ ਫਿਰ ਸੂਰਮਿਆਂ ਦੀਆਂ ਕਥਾ ਤੇ ਬੰਦਗੀ ਕਰਨੀ ਪੈਂਦੀ ਹੈ। ਜਿਹੜੀ ਮਾਂ ਨੇ ਆਪਣੀ ਕੁੱਖੋਂ ਕਿਸੇ ਦਾਨੀ ਨੂੰ ਪੈਦਾ ਕਰਨਾ ਹੋਵੇ, ਉਹ ਮਾਂ ਆਪ ਦਾਨ ਕਰਦੀ ਹੈ ਤੇ ਦਾਨੀਆਂ ਦੀਆਂ ਕਥਾ ਸੁਣਦੀ ਰਹਿੰਦੀ ਹੈ। ਤੇ ਜਿਹੜੀ ਮਾਂ ਨੇ ਕੁੱਖੋਂ ਗੁਰਮੁਖ ਪੈਦਾ ਕਰਨਾ, ਬੰਦਗੀ ਵਾਲਾ, ਰੱਬ ਦਾ ਪਿਆਰਾ, ਕੋਈ ਸੰਤ ਭਗਤ, ਉਸ ਮਾਂ ਨੂੰ ਆਪ ਬੜੀ ਬੰਦਗੀ ਕਰਨੀ ਪੈਂਦੀ ਹੈ।
ਅੱਜ ਮਾਵਾਂ ਕਹਿੰਦੀਆਂ ਬੱਚੇ ਟਿਕ ਕੇ ਨਹੀਂ ਬਹਿੰਦੇ। ਇਹ ਕਸੂਰ ਬੱਚਿਆਂ ਦਾ ਥੋੜ੍ਹਾ। ਜਦ ਮਾਂ ਨੇ ਬੱਚੇ ਨੂੰ ਜਨਮ ਲੈਣਾ ਸੀ, ਟੀਵੀ ਦੇ ਅੱਗੇ ਮੰਜਾ ਡਾਇਆ ਸੀ ਮਾਂ ਨੇ ਕਿ ਮੇਰਾ ਇੱਥੇ ਜੀ ਲੱਗਾ ਰਹੇਗਾ, ਤੇ ਮਾਂ ਉਦੋਂ ਨੱਚਦਿਆਂ ਨੂੰ ਦੇਖਦੀ ਰਹੀ, ਟੋਪੀਆਂ ਵਾਲਿਆਂ ਨੂੰ। ਹੁਣ ਸਮਾਧੀਆਂ ਵਾਲੇ ਕਿੱਥੋਂ ਪੈਦਾ ਹੋਣੇ ਨੇ? ਹੁਣ ਤਾਂ ਮੁਰਕੀਆਂ ਪਾਉਣ ਵਾਲੀ ਪੈਦਾ ਹੋਣਗੇ ਨਾ ਸਿੱਖਾਂ ਦੇ ਘਰ। ਮਾਂ ਦਾ ਕਸੂਰ ਹੈ। ਗੁਰਦੇਵ ਮਾਤਾ, ਪਹਿਲਾਂ ਸੱਚੇ ਪਾਤਸ਼ਾਹ ਨੇ ਮਾਂ ਨੂੰ ਗੁਰੂ ਆਖਿਆ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਮਾਤਾ ਨੂੰ ਕਹੋ ਜਾ ਕੇ ਨਿਹਾਲ ਕੌਰ ਨੂੰ, ਆਪਣੀ ਘਰ ਵਾਲੀ ਨੂੰ, 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰੇ। ਜਿੰਨੇ ਉਹਦੀ ਕੁੱਖੋਂ ਜਨਮ ਲੈਣਾ, ਉਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ ਹੈ। ਤੇ ਅੱਜ ਫਿਰ ਮਾਵਾਂ ਦਾ ਆਪਣਾ ਜੀਵਨ ਕਿਹੋ ਜਿਹਾ ਹੈ? ਸੂਰਮੇ ਪੈਦਾ ਹੋਣਗੇ? ਨਹੀਂ, ਨਚਾਰ ਪੈਦਾ ਤਾਂ ਹੋ ਸਕਦੇ ਨੇ, ਸੂਰਮੇ ਨਹੀਂ ਹੋਣੇ। ਇਸ ਕਰਕੇ ਸਿੱਖਾਂ ਦੇ ਪੁੱਤਰ ਡਾਂਸ ਸਿੱਖਦੇ ਆ, ਡਾਂਸ। ਉਂਝ ਪੰਜਾਬੀ ਚਾਖੀ ਤਾਂ ਨਚਾਰ ਬਣਨਾ ਸਿੱਖਦੇ ਨੇ, ਡਾਂਸ ਤਾਂ ਅੰਗਰੇਜ਼ੀ ਦੀ ਗੱਲ ਹੈ। ਵੈਸੇ ਅੰਗਰੇਜ਼ੀ 'ਚ ਕਹਿੰਦੇ ਨੇ। ਕਿੱਡੀ ਸ਼ਰਮ ਦੀ ਗੱਲ ਹੈ, ਇੱਕ ਸੂਰਬੀਰ ਕੌਮ ਅੱਜ ਨਚਾਰਾਂ ਤੇ ਆ ਕੇ ਖੜ ਗਏ ਨੇ, ਨੱਚਣਾ ਸਿੱਖਦੇ ਫਿਰਦੇ ਨੇ। ਇੱਥੇ ਤਾਂ ਹਰ ਇੱਕ ਪਿੰਡ 'ਚ ਗੱਤਕੇ ਦਾ ਅਖਾੜਾ ਚਾਹੀਦਾ ਹੈ, ਹਰ ਇੱਕ ਪਿੰਡ 'ਚ ਕੁਸ਼ਤੀ ਦਾ ਅਖਾੜਾ ਚਾਹੀਦਾ ਹੈ, ਹਰ ਇੱਕ ਪਿੰਡ ਦੇ ਵਿੱਚ ਕਬੱਡੀ ਦਾ ਅਖਾੜਾ ਚਾਹੀਦਾ ਹੈ, ਜਿੱਥੇ ਹਰ ਇੱਕ ਪਿੰਡ ਠੇਕਾ ਖੁੱਲ੍ਹਿਆ ਹੈ। ਇਹ ਪਿੰਡ ਦੇ ਪੰਚਾਇਤ ਨੇ ਅੱਕ ਲਾਤਾ ਨੌਜਵਾਨੀ ਦੀਆਂ ਜੜ੍ਹਾਂ ਦੇ ਵਿੱਚ। ਬੜੀ ਵੱਡੀ ਤੁਸੀਂ ਗੁਰਦੁਆਰੇ ਵੀ 3 ਨੇ, ਪਰ ਠੇਕੇ ਵੀ ਦੋਹਾਂ ਪਾਸੇ ਹੋਣੇ ਚਾਹੀਦੇ। ਸਕੂਲ ਬੰਦ ਰਹਿਣਗੇ, ਠੇਕੇ ਖੁੱਲ੍ਹੇ ਰਹਿਣਗੇ। ਦੇਸ਼ ਹੁਣ ਤੇ ਤਰੱਕੀ 'ਚ ਜਾ ਰਿਹਾ, ਦੇਖੋ ਕਿੰਨੀ ਤਰੱਕੀ 'ਚ ਜਾ ਰਿਹਾ। ਉਦੋਂ ਸਿਆਣੇ ਲੋਕ ਆਪਾਂ ਅੱਜ ਵੀ ਝੰਡੇ ਚੁੱਕੀ ਫਿਰਨੇ ਆ, ਜਿਨ੍ਹਾਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਨਾਲੀਆਂ ਸਿੱਟੇ ਹੋਣ, ਰੈਲੀਆਂ 'ਚ ਫਿਰ ਅੱਪੜੇ ਹੁੰਦੇ ਆ। ਪਤਾ ਨਹੀਂ ਕਿੱਧਰ ਤੁਰ ਗਈ ਜ਼ਮੀਰ ਸਾਡੀ, ਅਣਖ ਕਿੱਧਰ ਗਈ। ਅਸੀਂ ਜੋੜ ਮੇਲੇ ਮਨਾਉਂਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹੀਦੀ, 9ਵੇਂ ਪਾਤਸ਼ਾਹ ਸ਼ਹਾਦਤ ਮਨਾਉਂਦੇ ਹਾਂ। ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭੁੱਲ ਗਈ ਤੁਹਾਨੂੰ? ਉਹਦੇ ਅੰਗ ਪਾੜ ਕੇ ਗਲੇ ਸ਼ਹੀਦੀ ਨਹੀਂ ਹੋਈ? ਤੇ ਸਿੱਖਾ ਤੇਰੇ ਇੰਨਾ ਖੂਨ ਚਿੱਟਾ ਹੋ ਗਿਆ ਕਿ ਤੂੰ ਅੱਜ ਫੇਰ ਉੱਥੇ ਇਕੱਠੇ ਤੁਰਿਆ ਫਿਰਨਾ। ਕੌਣ ਸਮਝਾਏਗਾ ਆਪਾਂ ਨੂੰ? ਇਹ ਤਾਂ ਹਾਲਾਤ ਇਸ ਤਰ੍ਹਾਂ ਹੀ ਬਣੇ ਰਹਿਣਗੇ ਜਿਹੜੇ ਸਦੀਆਂ ਤੋਂ ਬਣੇ ਆਏ। ਕਦੋਂ ਅੱਖਾਂ ਖੁੱਲਣਗੀਆਂ ਸਾਡੀਆਂ? ਜੇ ਹੁਣ ਵੀ ਨਾ ਖੁੱਲੀਆਂ, ਫਿਰ ਲੋੜ ਹੀ ਨਹੀਂ ਪੈਣੀ ਹੈ ਤੁਹਾਨੂੰ ਅੱਖਾਂ ਖੋਲ੍ਹਣ ਦੀ। ਫਿਰ ਸਦੀਆਂ ਤੱਕ ਮਿਟੀਆਂ ਹੀ ਰਹਿਣਗੀਆਂ। ਫਿਰ ਗੁਲਾਮੀ ਦੇ ਜੂਲੇ ਦੇ ਥੱਲੇ ਹੀ ਲੰਘੇਗੀ ਜਿਹੜੀ ਲੰਘੇਗੀ ਗੱਲ। ਅੱਜ ਸਮਾਂ ਹੈ ਜਾਗਣ ਦਾ। ਮਾਤਾ ਨਿਹਾਲ ਕੌਰ ਦੀ ਕੁੱਖੋਂ 7ਵੇਂ ਪਾਤਸ਼ਾਹ ਦਾ ਜਨਮ ਹੋਇਆ। 6ਵੇਂ ਪਾਤਸ਼ਾਹ ਦਾ ਪੋਤਰਾ, ਜਿਹਨੂੰ ਹਰ ਵੇਲੇ ਨਾਲ ਰੱਖਦੇ ਨੇ 6ਵੇਂ ਪਾਤਸ਼ਾਹ ਮਹਾਰਾਜ, ਬੜਾ ਪਿਆਰ ਕਰਦੇ ਨੇ। ਤੇ ਗੁਰੂ ਨਾਨਕ ਦੀ ਹਰ ਗੱਲ, ਗੁਰੂ ਨਾਨਕ ਦੇ ਘਰ ਦੀ ਮਰਿਆਦਾ 'ਚ ਪਰਪੱਕ ਕਰ ਰਹੇ ਨੇ ਆਪਣੇ ਪੋਤਰੇ ਨੂੰ। ਗੁਰਤਾ ਗੱਦੀ 6ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਪੋਤਰੇ ਨੂੰ ਬਖਸ਼ੀ, ਗੁਰੂ ਹਰਿ ਰਾਏ ਮਹਾਰਾਜ ਨੂੰ। ਪ੍ਰਸ਼ਾਦ ਛਕ ਰਹੇ ਨੇ ਦੁਪਹਿਰੇ, ਤੇ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ, ਮਾਤਾ ਨਾਨਕੀ ਤੇ ਬੇਬੇ ਨਾਨਕੀ, ਇਹ 2 ਵਾਰੀ ਗੁਰੂ ਘਰ 'ਚ ਆਉਂਦਾ ਹੈ। ਗੁਰੂ ਨਾਨਕ ਦੀ ਵੱਡੀ ਭੈਣ ਬੇਬੇ ਨਾਨਕੀ, ਤੇ ਮਾਤਾ ਨਾਨਕੀ 6ਵੇਂ ਪਾਤਸ਼ਾਹ ਦੇ ਮਹਿਲ, 9ਵੇਂ ਪਾਤਸ਼ਾਹ ਦੀ ਮਾਤਾ, 10ਵੇਂ ਪਾਤਸ਼ਾਹ ਦੀ ਦਾਦੀ ਮਾਤਾ ਨਾਨਕੀ। ਮਾਤਾ ਨਾਨਕੀ ਨੇ ਬਾਂਹ ਫੜੀ ਗੁਰੂ ਤੇਗ ਬਹਾਦਰ ਮਹਾਰਾਜ ਦੀ,
ਆ ਕੇ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਹਾਡੇ ਬਾਕੀ ਸਾਹਿਬਜ਼ਾਦੇ ਚਤਰ ਚਲਾਕ ਨੇ, ਮੇਰਾ ਪੁੱਤਰ ਭੋਲਾ ਭਾਲਾ ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ, ਕਿਸੇ ਨਾਲ ਮੇਲ ਮਿਲਾਪ ਨਹੀਂ ਰੱਖਦੇ। ਜਦੋਂ ਵੱਡਾ ਭਰਾ ਚੜ੍ਹਾਈ ਕਰ ਗਿਆ ਸੀ ਬਾਬਾ ਟਲ ਰਾਏ, 9ਵੇਂ ਪਾਤਸ਼ਾਹ ਤੋਂ ਵੱਡੇ ਸੀ ਬਾਬਾ ਟਲ ਰਾਏ, ਮੀਟੀ ਖੇਡਦਿਆਂ ਮੋਹਣ ਦੇ ਸਿਰ ਦਾਈ ਰਹਿ ਗਈ, ਖੱਤਰੀਆਂ ਦਾ ਮੁੰਡਾ। ਰਾਤ ਨੂੰ ਜਾ ਕੇ ਸੁੱਤਾ, ਸੱਪ ਲੜ ਗਿਆ, ਮਰ ਗਿਆ। ਦੂਜੇ ਦਿਨ ਬਾਬਾ ਟਲ ਰਾਏ ਆਏ, ਬੁਲਾਓ ਮੋਹਨ ਨੂੰ ਸਾਡੀ ਦਾਈ ਦਵੇ। ਨਾਲ ਦਾ ਸਾਥੀ ਗਿਆ, ਉਹਦੀ ਮਾਤਾ ਕਹਿੰਦੀ ਸੱਪ ਲੜ ਗਿਆ ਰਾਤ, ਮੋਹਨ ਨੂੰ ਮਰ ਗਿਆ। ਬਾਬਾ ਟਲ ਰਾਏ ਜੀ ਨੂੰ ਆਖਿਆ, ਮਹਾਰਾਜ ਉਹ ਤਾਂ ਰਾਤ ਮਰ ਗਿਆ ਸੱਪ ਲੜ ਕੇ। ਬਾਬਾ ਟਲ ਰਾਏ ਕਹਿੰਦੇ ਨਹੀਂ, ਸੱਪ ਲੜ ਕੇ ਨਹੀਂ ਮਰਿਆ, ਦਾਈ ਦੇਣ ਦਾ ਮਾਰਾ ਪੱਜ ਬਣਾ ਕੇ ਪਿਆ ਹੈ। ਆਵਾਜ਼ ਮਾਰ, ਜਾ ਮਾਤਾ ਉਹਨੂੰ ਜਾ ਕੇ ਠਾ, ਸਾਡੀ ਦਾਈ ਦਵੇ। ਤੇ ਮੋਹਣ ਦੀ ਮਾਤਾ ਕਹਿੰਦੀ, ਬਾਬਾ ਟਲ ਰਾਏ ਅੱਗੇ ਸੌਂਦਾ ਸੀ, ਮੈਂ ਆਵਾਜ਼ ਮਾਰ ਕੇ ਉਹਨੂੰ ਠਾ ਦਿੰਦੀ ਸੀ, ਪਰ ਜੋ ਉਸ ਨੀਂਦ ਵਿੱਚ ਸੁੱਤਾ ਉੱਥੋਂ ਜਾਗਿਆ ਨਹੀਂ ਕਦੇ ਕੋਈ। ਉਹ ਨੀਂਦ ਆਉਣੀ ਤਾਂ ਆਪਾਂ ਨੂੰ ਸਾਰਿਆਂ ਨੂੰ ਹੈ, ਪਰ ਪਤਾ ਨਹੀਂ ਕਦੋਂ ਆ ਜਾਣੀ, ਭੁੱਲੀ ਹੋਈ ਹੈ। ਉਹ ਸਭ ਦੇ ਸਿਰ 'ਤੇ ਖੜੀ ਹੈ, ਫਿਰ ਜਾਗਣਾ ਨਹੀਂ। ਹੁਣ ਅੰਮ੍ਰਿਤ ਵੇਲਾ ਹੈ, ਕਿਸੇ ਗੁਰੂ ਘਰੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਹੈ, ਕਿਤੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਹੈ, ਕਿਤੋਂ ਪੰਜ ਬਾਣੀਆਂ ਦੇ ਪਾਠ ਦੀ ਆਵਾਜ਼ ਆ ਰਹੀ ਹੈ। ਇਹ ਫਿਰ ਗਾਫਲ ਹੋ ਕੇ ਸੁੱਤਾ ਪਿਆ। ਬਾਣੀ ਦਾ ਸ਼ਬਦ ਦੁਆਰਾ ਆਪਾਂ ਨੂੰ ਮਹਾਰਾਜ ਜਗਾਉਂਦੇ ਨੇ ਵੀ ਜਾਗ ਲਿਓ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਹੁਣ ਨਹੀਂ ਜਾਗਿਆ ਤਾਂ ਫਿਰ 84 ਲੱਖ ਜੂਨ ਭੋਗਣ ਤੋਂ ਬਾਅਦ ਫਿਰ ਤੇਰੀ ਅੱਖ ਖੁੱਲ੍ਹੇਗੀ। ਕਲਪ ਯੁੱਗ ਸੁੱਤਿਆਂ ਦੀ ਲੰਘ ਜਾਣਗੇ। ਹੁਣ ਜਾਗਿਆ ਕਰ ਭਲਿਆ, ਅੰਮ੍ਰਿਤ ਵੇਲੇ ਦਰਸ਼ਨ ਕਰਿਆ ਕਰ, ਹਾਜ਼ਰੀ ਭਰਿਆ ਕਰ ਮਰ ਦੇ ਚਰਨਾਂ 'ਚ। ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ, ਇੱਕ ਦਿਨ ਸੌਣਾ, ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ, ਇੱਕ ਦਿਨ ਸੌਣਾ। ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ, ਇੱਕ ਦਿਨ, ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ, ਇੱਕ ਦਿਨ ਸੌਣਾ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨ ਜਪੈ ਮੁਰਾ, ਇੱਕ ਦਿਨ ਸੋਵਣ ਹੋਏ ਗੋ, ਲਾਂਬੇ ਗੋਂਡ ਪਸਾਰ। ਮੋਹਣ ਦੀ ਮਾਤਾ ਕਹਿੰਦੀ, ਮਹਾਰਾਜ ਮੇਰੀ ਆਵਾਜ਼ ਮਾਰੇ ਤੇ ਨਹੀਂ ਜਾਗਦਾ, ਜਿਹੜੀ ਨੀਂਦ 'ਚ ਸੌਂ ਗਿਆ। ਬਾਬਾ ਟਲ ਰਾਏ ਅੱਗੇ ਅੱਗੇ ਮਗਰ ਉਹਨਾਂ ਦੇ ਸਾਥੀ, ਵਿਹੜੇ 'ਚ ਪਿਆ, ਮੋਹਣ ਉੱਤੇ ਚਾਦਰ ਦਿੱਤੀ ਹੋਈ ਹੈ, ਮੂੰਹ ਤੋਂ ਪਰਾਂ ਚਾਦਰ ਲਾ ਕੇ ਗਲ 'ਚ ਖੁੰਡੀ ਪਾ ਕੇ ਖਿੱਚ ਕੇ ਬੈਠਾ ਕਰ ਲਿਆ। ਚੱਲੋ ਸਾਡੀ ਦਾਈ ਦੇ ਇੱਥੇ ਪੱਜ ਬਣਾ ਕੇ ਪਿਆ। ਉੱਠ ਕੇ ਬਾਬਾ ਟਲ ਰਾਏ ਦੇ ਨਾਲ ਖੇਡਣ ਲੱਗ ਪਿਆ ਮੋਹਣ। ਇਹ ਗੱਲ ਸਾਰੇ ਸ਼ਹਿਰ 'ਚ ਫੈਲ ਗਈ, ਅੰਮ੍ਰਿਤਸਰ ਵਿੱਚ, ਵੀ ਗੁਰੂ ਤਾਂ ਸ਼ਕਤੀਮਾਨ ਨੇ, ਪਰ ਗੁਰੂ ਕੇ ਪੁੱਤਰ ਵੀ ਘੱਟ ਨਹੀਂ। ਛੇਵੇਂ ਪਾਤਸ਼ਾਹ ਮਹਾਰਾਜ ਕੋਲ ਵੀ ਖਬਰ ਪਹੁੰਚ ਗਈ।
ਖੇਡ ਕੇ ਆਏ ਬਾਬਾ ਟਲ ਰਾਏ, ਨਮਸਕਾਰ ਕੀਤੀ ਆ ਕੇ। ਛੇਵੇਂ ਪਾਤਸ਼ਾਹ ਨੇ ਇੱਕ ਪਾਸੇ ਨੂੰ ਮੁੱਖ ਕਰ ਲਿਆ। ਲਾਇਕ ਪੁੱਤਰ ਸੀ ਨਾ, ਲਾਇਕ ਪੁੱਤਰ ਆਪਣੇ ਪਿਤਾ ਨੂੰ ਨਾਰਾਜ਼ ਨਹੀਂ ਦੇਖ ਸਕਦਾ। ਤੇ ਅੱਜ ਕੱਲ੍ਹ ਤਾਂ ਸਾਰੇ ਹੀ ਲਾਇਕ ਨੇ, ਕਿਉਂਕਿ ਪਿਤਾ ਨੂੰ ਦੁਖੀ ਕਰਨ ਤੋਂ ਬਿਨਾਂ ਇਹਨਾਂ ਨੂੰ ਸੁੱਖ ਮਿਲਦਾ ਹੀ ਨਹੀਂ ਹੈ। ਤੇ ਜਿਹਦਾ ਮਾਂ ਪਿਓ ਦੁਖੀ ਹੈ ਨਾ, ਉਹ ਜਿੰਨੇ ਮਰਜ਼ੀ ਧਾਰਮਿਕ ਸਥਾਨਾਂ 'ਤੇ ਨੱਕ ਰਗੜ ਲਓ ਜਾ ਜਾ ਕੇ, ਤੁਹਾਨੂੰ ਮਿਲਣਾ ਕੱਖ ਨਹੀਂ ਉੱਥੇ। ਜਿੰਨਾ ਚਿਰ ਮਾਂ ਪਿਓ ਨਹੀਂ ਨਾ ਖੁਸ਼ੀ ਹੁੰਦੇ, ਰੱਬ ਨਹੀਂ ਖੁਸ਼ ਹੋਣਾ ਤੁਹਾਡੇ। ਲਾਇਕ ਸੀ। ਪਿਤਾ ਜੀ ਸੱਚੇ ਪਾਤਸ਼ਾਹ ਨਾਰਾਜ਼ ਹੋ? ਛੇਵੇਂ ਪਾਤਸ਼ਾਹ ਕਹਿੰਦੇ ਟਲ ਰਾਏ, ਪੁੱਤਰ ਕਿਹਨੂੰ ਨਹੀਂ ਪਿਆਰੇ, ਰਾਜਿਆਂ ਦੇ ਵੀ ਮਰਨੇ ਹੈ, ਅਮੀਰਾਂ ਦੇ ਵੀ ਮਰਨੇ ਨੇ। ਜਿਹਦਾ ਮਰਿਆ ਕਰੇਗਾ ਇੱਥੇ ਲਿਆ ਕੇ ਰੱਖ ਦਿਆ ਕਰਨਗੇ ਗੁਰੂ ਨਾਨਕ ਦੇ ਘਰ 'ਚ, ਇਹ ਮੁਰਦ ਘਾਟ ਬਣ ਜਾਏਗਾ। ਪੁੱਤਰ ਕਿਹਨੂੰ ਨਹੀਂ ਪਿਆਰੇ, ਜੇ ਤਾਂ ਜਿਉਂਦੇ ਕਰੋਗੇ ਤਾਂ ਰੱਬ ਦੇ ਸ਼ਰੀਕ ਬਣ ਜਾਓਗੇ, ਤੇ ਜੇ ਨਾ ਕਰੋਗੇ ਉਹਨਾਂ ਨਾਲ ਵੈਰ ਪੈ ਜਾਏਗਾ ਵੀ ਤੁਸੀਂ ਖੱਤਰੀਆਂ ਦਾ ਮੁੰਡਾ ਜਿਉਂਦਾ ਕੀਤਾ ਸੀ ਤੇ ਸਾਨੂੰ ਕਿਹੜਾ ਦੁਪਰਿਆਰੇ ਨੇ। ਹੁਣ ਦੋ ਕਿਰਪਾਨਾਂ ਨਹੀਂ ਮਿਆਨ 'ਚ ਪੈਣੀਆਂ, ਜਾਂ ਤਾਂ ਤੁਸੀਂ ਰਹੋ ਜਾਂ ਅਸੀਂ ਰਹਾਂਗੇ। ਚੁੱਪ ਕਰਕੇ ਬਾਬਾ ਟਲ ਰਾਏ ਉੱਥੋਂ ਚਲੇ ਗਏ। 4 ਪ੍ਰਕਰਮਾਂ ਹਰਿਮੰਦਰ ਸਾਹਿਬ ਦੀਆਂ ਕੀਤੀਆਂ, ਮੱਥਾ ਟੇਕਿਆ, ਕੱਖਾਂ ਦਾ ਆਸਣ ਵਿਛਾਇਆ, ਚਾਦਰ ਲਈ ਉੱਤੇ, ਸਰੀਰ ਇਸ ਤਰ੍ਹਾਂ ਤਿਆਗ ਦਿੱਤਾ ਜਿਵੇਂ ਸੱਪ ਕੰਜ ਛੱਡ ਕੇ ਤੁਰ ਜਾਂਦਾ। ਬੜੇ ਵਰਦਾਨ ਦਿੱਤੇ ਬਾਬਾ ਟਲ ਰਾਏ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ। ਇਸ ਗੱਲ ਦਾ 9ਵੇਂ ਪਾਤਸ਼ਾਹ ਦੇ ਜੀਵਨ 'ਤੇ ਬੜਾ ਅਸਰ ਪਿਆ। ਉਹਨਾਂ ਤੋਂ ਵੱਡੇ ਸੀ ਨਾ ਬਾਬਾ ਟਲ ਰਾਏ, ਤੇ 9ਵੇਂ ਪਾਤਸ਼ਾਹ ਨੂੰ ਖਿਡਾਉਂਦੇ ਹੁੰਦੇ ਸੀ, ਇਹ ਚੁੱਕਦੇ ਸੀ ਜ਼ਿਆਦਾ। ਤੇ ਕੁਦਰਤੀ ਗੱਲ ਹੈ, ਜਿਹੜਾ ਬੱਚੇ ਨਾਲ ਪ੍ਰੇਮ ਕਰੇ ਬੱਚਾ ਵੀ ਉਹਦੇ ਨਾਲ ਪ੍ਰੇਮ ਕਰਦਾ, ਭਾਵੇਂ ਉਹ ਬੱਚੇ ਨਹੀਂ ਸੀ। ਪਰ ਇਸ ਗੱਲ ਦਾ ਇੰਨਾ ਜੀਵਨ 'ਤੇ ਅਸਰ ਪਿਆ, ਮੁੜ ਕੇ 9ਵੇਂ ਪਾਤਸ਼ਾਹ ਨੂੰ ਹੱਸਦੇ ਨਹੀਂ ਦੇਖਿਆ ਕਿਸੇ ਨੇ। ਨੇਤਰ ਬੰਦ ਕਰਕੇ ਬੈਠੇ, ਇਕਾਂਤ ਜ਼ਿਆਦਾ ਰਹਿੰਦੇ ਸੀ। ਵੈਸੇ ਕੋਈ ਬਾਣੀ ਦਾ ਬਚਨ ਪੜ੍ਹੋ 9ਵੇਂ ਪਾਤਸ਼ਾਹ ਮਹਾਰਾਜ ਦਾ, ਬਰਾਗ, ਤਿਆਗ ਤੇ ਅਨੁਰਾਗ ਪ੍ਰੇਮ, ਇਹ 3 ਗੱਲਾਂ ਹੀ ਉਹਨਾਂ ਦੀ ਬਾਣੀ 'ਚੋਂ ਮਿਲਦੀਆਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕਹੂ, ਇਹ ਅਚਰਜ ਹੈ ਰੀਤ, ਨਾਨਕ ਭਵਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਹੀ ਸੁਖ ਸਿਉ ਜਗ ਫਾਂਧਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨਿਹੁ ਲਗਾਇਓ, ਅੰਤ ਬਰ ਨਾਨਕ ਬਿਨ ਹਰ ਜੀ, ਕੋ ਕਾਮ ਨਾ ਆਇਓ। ਬੈਰਾਗ। 9ਵੇਂ ਪਾਤਸ਼ਾਹ ਮਹੱਲੇ ਦੇ ਸ਼ਲੋਕ 57 ਸ਼ਲੋਕ ਨੇ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਕਾਂਤ ਵਿੱਚ ਰਹਿੰਦੇ ਨੇ, ਬਹੁਤਾ ਹੱਸਦੇ ਨਹੀਂ ਦੇਖਿਆ ਕਦੀ ਗੁਰੂ ਤੇਗ ਬਹਾਦਰ ਮਹਾਰਾਜ। ਨੇਤਰ ਬੰਦ ਕਰਕੇ ਬੈਠੇ ਰਹਿੰਦੇ ਨੇ। ਮਾਤਾ ਨਾਨਕੀ ਕਹਿੰਦੀ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਬਾਕੀ ਤੁਹਾਡੇ ਸਾਹਿਬਜ਼ਾਦੇ ਚਤਰ ਚਲਾਕ ਨੇ, ਸੰਗਤ ਨਾਲ ਮੇਲ ਮਿਲਾਪ ਰੱਖਦੇ ਨੇ,
ਮੇਰਾ ਪੁੱਤਰ ਭੋਲਾ ਭਾਲਾ ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ, ਇਹਨੂੰ ਕੌਣ ਜਾਣੇਗਾ, ਕੌਣ ਮੰਨੇਗਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ, ਭਲੀਏ ਰੱਬ ਤਾਂ ਮਿਲਦਾ ਹੀ ਭੋਲਿਆਂ ਭਾਲਿਆਂ ਨੂੰ ਹੈ। ਜਿੱਥੇ ਚਲਾਕੀ ਹੈ, ਜਿੱਥੇ ਦਿਖਾਵਾ ਹੋਰ ਹੈ, ਗੱਲਾਂ ਹੋਰ ਨੇ, ਉੱਥੇ ਰੱਬ ਦਾ ਕੀ ਕੰਮ ਹੈ। ਤੇਰੇ ਪੁੱਤਰ ਦੇ ਹਿਰਦੇ ਵਿੱਚ ਗੁਰੂ ਨਾਨਕ ਦੀ 9ਵੀਂ ਜੋਤ ਟਿਕੇਗੀ। ਤੇਰਾ ਪੁੱਤਰ ਮਾਲਕ ਬਣੇਗਾ 9ਵੇਂ ਥਾਂ ਤੇ। ਇਹਦੇ ਘਰ ਸੂਰਬੀਰ ਯੋਧਾ ਪੁੱਤਰ ਜਨਮ ਲਏਗਾ, ਜਿਹੜਾ ਜ਼ੁਲਮ ਦਾ ਨਾਸ਼ ਕਰੇਗਾ। ਕਲਗੀਧਰ ਪਾਤਸ਼ਾਹ ਦਾ ਬਚਨ ਕਰ ਰਹੇ ਨੇ 6ਵੇਂ ਪਾਤਸ਼ਾਹ ਮਹਾਰਾਜ। ਪ੍ਰਸ਼ਾਦ ਛਕਿਆ, ਹੱਥ ਸਾਫ਼ ਕਰਕੇ ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ 'ਚ ਪਾ ਦਿੱਤਾ। ਇੱਕ ਪੋਥੀ ਗੁਟਕਾ ਸਾਹਿਬ ਉਹ ਬਖਸ਼ਿਆ, ਇੱਕ ਕਟਾਰ ਬਖਸ਼ੀ। ਸਾਧ ਸੰਗਤ ਜੀ ਬੇਨਤੀ ਹੈ, ਪੜ੍ਹਨਾ ਲਿਖਣਾ ਬੜੀ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ, ਪਰ ਅਸੀਂ ਪੜ੍ਹ ਲਿਖ ਕੇ ਬਹੁਤੇ ਸਿਆਣੇ ਨਹੀਂ ਹੋਏ, ਬੇਸਮਝ ਜ਼ਿਆਦੇ ਹੋਏ ਹਾਂ। ਹੋਣਾ ਤਾਂ ਸਮਝਦਾਰ ਚਾਹੀਦਾ ਸੀ, ਪਰ ਅਸੀਂ ਬੇਸਮਝ ਜ਼ਿਆਦੇ ਹੋਏ ਹਾਂ ਪੜ੍ਹ ਕੇ। ਜਿੰਨੇ ਆਪਾਂ ਹੁਣ ਦੁਖੀ ਹਾਂ, ਇੰਨੇ ਪਹਿਲਾਂ ਸਾਡੇ ਬਜ਼ੁਰਗ ਅਨਪੜ੍ਹ ਦੁਖੀ ਨਹੀਂ ਸੀ ਹੁੰਦੇ। ਅੱਜ ਜਿੰਨੀਆਂ ਖੁਦਕਸ਼ੀਆਂ ਹੁਣ ਪੜ੍ਹੇ ਲਿਖੇ ਕਰ ਰਹੇ ਨੇ, ਇੰਨੀਆਂ ਅਨਪੜ੍ਹਾਂ ਨੇ ਕਦੇ ਨਹੀਂ ਸੀ ਕੀਤੀਆਂ। ਖੁਦਕਸ਼ੀ ਦੁੱਖ ਦਾ ਅੰਤ ਹੈ। ਜਦੋਂ ਨਹੀਂ ਦੁੱਖ ਬਰਦਾਸ਼ਤ ਹੁੰਦਾ, ਆ ਹੁਣ ਜ਼ਿਆਦੀਆਂ ਹੋ ਰਹੀਆਂ ਨੇ। ਤੇ ਜਿੰਨੇ ਆਪਾਂ ਹੁਣ ਗੁਰੂ ਨੂੰ ਭੁੱਲੇ ਹਾਂ, ਜਿੰਨੇ ਨਸ਼ੇ ਹੁਣ ਖਾਧੇ ਜਾ ਰਹੇ ਨੇ ਪੜ੍ਹੇ ਲਿਖੇ ਜ਼ਮਾਨੇ 'ਚ, ਪਹਿਲਾਂ ਤਾਂ ਸਾਡਾ ਧੀ ਦਾ ਕੋਈ ਰਿਸ਼ਤਾ ਹੀ ਨਹੀਂ ਸੀ ਕਰਦਾ ਹੁੰਦਾ ਬਈ ਉਹਦੀਆਂ ਤਾਂ ਪੁਸ਼ਤਾਂ ਤੱਕ ਅਸਰ ਅੱਪੜ ਜਾਣਾ ਹੈ, ਤੇ ਉਹਨੂੰ ਕਿੱਥੇ ਧੀ ਦੇਣੀ ਹੈ। ਤੇ ਅੱਜ ਸਾਡੀ ਹਾਲਤ ਕੀ ਹੈ? ਨੌਜਵਾਨੀ ਨਸ਼ਿਆਂ ਦੇ, ਕਈਆਂ ਦੇ ਘਰ ਦੀਵੇ ਬੁੱਝੇ ਨੇ ਨਸ਼ਿਆਂ ਦੀ ਕਿਰਪਾ ਨਾਲ। ਕਈ ਆਪਣੀ ਜਵਾਨੀ ਤੋਂ ਹੱਥ ਧੋ ਕੇ ਬੈਠ ਗਏ। ਕਿਹਨਾਂ ਦਾ ਕਸੂਰ ਹੈ? ਕਿਹਨਾਂ ਨੇ ਨਸ਼ਾ ਲਿਆਂਦਾ? ਸਾਡੇ ਨਾਲ ਤੁਹਾਨੂੰ ਜ਼ਿਆਦਾ ਪਤਾ ਹੈ। ਸੋ ਬਾਰ-ਬਾਰ ਕਿਸੇ ਗੱਲ ਨੂੰ ਕਹੀਏ ਚੰਗਾ ਨਹੀਂ ਹੁੰਦਾ। ਆਪ ਵੀ ਸਮਾਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ 'ਚ ਚੋਰੀ ਹੋ ਜਾਏ ਤੇ ਚੋਰ ਸਮਾਨ ਲੈ ਜਾਣ, ਜਿੰਨਾ ਕੁ ਬਚੇ ਉਹਨਾਂ ਕੁ ਸੰਭਾਲ ਲਓ। ਅੱਗ ਲੱਗ ਜਾਏ ਘਰ ਨੂੰ, ਘਰ 'ਚ ਸਮਾਨ ਸੜ ਜਾਏ, ਉਹ ਜਿੰਨਾ ਕੁ ਬਚਦਾ ਉਹਨਾਂ ਕੁ ਬਚਾ ਲਓ। ਤੇ ਤੁਹਾਨੂੰ ਬੇਨਤੀ ਹੈ, ਅਜੇ ਵੀ ਬਚਾ ਲਈਏ, ਜਾਗੀਏ ਤੇ ਆਪਣੇ ਵਿਰਸੇ ਨੂੰ ਪਛਾਣੀਏ। ਕਿਵੇਂ ਜਿਹੜੇ ਨੌਜਵਾਨ ਅਖਾੜਿਆਂ 'ਚ ਜ਼ੋਰ ਦਿਖਾਉਂਦੇ ਹੁੰਦੇ ਸੀ, ਉਹ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਦਾਖਲ ਹੋਏ ਹੋਏ ਨੇ। ਜਾ ਕੇ ਹਰ ਇੱਕ ਪਿੰਡ ਦੇ ਨੌਜਵਾਨ ਦਾਖਲ ਨੇ। ਕਿੱਥੇ ਕਾਕਾ? ਕੈਂਪ 'ਚ ਦਾਖਲ ਕਰਾਇਆ, ਜਮ੍ਹਾਂ ਕਰਾਏ ਆ। ਕਿੱਧਰ ਨੂੰ ਬਰਬਾਦੀ ਹੋਈ, ਕਿਵੇਂ ਸਾਡੀ, ਕਿਵੇਂ ਸਾਨੂੰ ਭੱਠੀਆਂ ਨੇ ਸਾੜ ਸਾੜ ਕੇ ਵੇਖ ਲਿਆ, ਆਰਿਆਂ ਨੇ ਚੀਰ ਲਿਆ ਸਾਨੂੰ। ਪਰ ਸਾਧ ਸੰਗਤ ਜੀ, ਸਾਡਿਆਂ ਨੇ ਆਪ ਸਾਨੂੰ ਖਤਮ ਕਰ ਦਿੱਤਾ ਨਸ਼ਿਆਂ ਵਿੱਚ ਗੁਲਤਾਨ ਕਰਕੇ। ਸੋ ਬੇਨਤੀ ਆ, ਆਪਾਂ ਪੜ੍ਹੇ ਲਿਖੇ ਜ਼ਰੂਰ ਹਾਂ, ਪਰ ਕੰਮ ਸਾਡੇ ਅਨਪੜ੍ਹਾਂ ਤੋਂ ਵੀ ਗਿਰੇ ਹੋਏ ਥੱਲੇ ਨੇ। ਸਿੱਖ ਦੇ ਬੱਚੇ ਨੂੰ ਰੋਜ਼ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ, ਅਸੀਂ ਗੁਰੂ ਨਾਲ ਜੁੜੇ ਰਹੀਏ। ਹੁਣ ਤੁਸੀਂ ਇਤਿਹਾਸ ਦੀਆਂ ਗੱਲਾਂ ਸੁਣ ਰਹੇ ਹੋ। 6ਵੇਂ ਪਾਤਸ਼ਾਹ ਦੇ ਕਮਰ ਕੱਸੇ 'ਚ ਗੁਟਕਾ ਸਾਹਿਬ ਨਿਤਨੇਮ ਦਾ ਕਮਰ ਕੱਸੇ ਵਿੱਚ ਹੁੰਦਾ ਹੈ। 10ਵੇਂ ਪਾਤਸ਼ਾਹ ਮਹਾਰਾਜ ਕਮਰ ਕੱਸੇ ਦੇ ਵਿੱਚ ਗੁਟਕਾ ਸਾਹਿਬ ਰੱਖਦੇ ਨੇ। ਜਿੰਨੇ ਦਰਸ਼ਨ ਕਰਨੇ ਨੇ ਦਮਦਮਾ ਸਾਹਿਬ ਜਾ ਕੇ ਕਰ ਲਓ। ਤੇ 6ਵੇਂ ਪਾਤਸ਼ਾਹ ਦੇ ਗੁਟਕਾ ਸਾਹਿਬ ਦੇ ਜਿਹਨੇ ਦਰਸ਼ਨ ਕਰਨੇ ਨੇ, ਉਹ ਕਢਾਣੀ ਰਾੜਾ ਸਾਹਿਬ ਦੇ ਕੋਲ, ਉੱਥੇ ਉਹ ਗੁਟਕਾ ਸਾਹਿਬ ਪਿਆ ਜਿਹੜਾ ਮਹਾਰਾਜ ਦੇ ਕਮਰ ਕੱਸੇ ਵਿੱਚ ਹੁੰਦਾ ਸੀ। ਸਿੱਖਾ, ਉਹ ਗੁਰੂ ਨੂੰ ਲੋੜ ਹੈ ਪੋਥੀਆਂ ਦੀ, ਗੁਟਕਾ ਸਾਹਿਬ ਦੀ ਤੈਨੂੰ ਲੋੜ ਨਹੀਂ ਹੈ। ਕੋਈ ਭਾਗਾਂ ਵਾਲਾ ਘਰ ਹੋਏਗਾ ਜਿਹਦੇ ਘਰ
ਨਿਤਨੇਮ ਦਾ ਗੁਟਕਾ ਸਾਹਿਬ ਮਿਲ ਜਾਏਗਾ। ਅੱਜ ਕਿਉਂ ਖੱਜਲ ਖੁਆਰ ਹੋ ਰਹੇ ਆਪਾਂ? ਜਿਹਨੂੰ ਪੁੱਛੋ ਅਸੀਂ ਦੁਖੀ ਬਣਿਆ ਕਿਉਂ? ਦੁੱਖ ਦਾ ਕਾਰਨ ਮਹਾਰਾਜ ਦੱਸਦੇ ਨੇ, ਹਰ ਬਿਸਰਤ ਸਦਾ ਖੁਆਰੀ ਜੀ, ਹਰ ਬਿਸਰਤ ਸਦਾ, ਬਿਸਰਤ ਸਦਾ ਖੁਆਰੀ, ਬਿਸਰਤ ਸਦਾ ਖੁਆਰੀ। ताको तोखा कहाँ व्यापै, ताको तोखा कहाँ व्यापै, जा कोट तुम्हारी जी हर बिस्मत सदा, बिसरत सदा कुआरी, बिसरत सदा कुआरी। हर बिसरत सदा कुआरी। हर बिसरत सदा कुआरी। हर बिसरत सदा खुआरी। ਜਦੋਂ ਗੁਰੂ ਭੁੱਲ ਗਿਆ, ਪਰਮੇਸ਼ਰ ਭੁੱਲ ਗਿਆ, ਫਿਰ ਮਹਾਰਾਜ ਕਹਿੰਦੇ ਨੇ ਖੱਜਲ ਖੁਆਰੀ ਤੋਂ ਬਿਨਾਂ ਹੋਰ ਕੁਛ ਹੱਥ ਨਹੀਂ ਲੱਗੇਗਾ ਤੇਰੇ। ਅਸੀਂ ਬਾਣੀ ਨੂੰ, ਨਾਮ ਨੂੰ ਭੁੱਲ ਕੇ ਦੁਨੀਆ ਦੇ ਮਗਰ ਤੁਰੇ। ਅੱਜ ਹਾਲਾਤ ਸਾਡੇ ਨੇ ਜਿਹੜੇ, ਜਿਹਨੂੰ ਪੁੱਛੋ ਕਹਿੰਦਾ ਮੈਂ ਦੁਖੀ ਬਹੁਤ, ਮੇਰੇ ਵਰਗਾ ਕੋਈ ਦੁਖੀ ਨਹੀਂ। ਇੱਕ ਪੋਥੀ, ਇੱਕ ਕਟਾਰ, ਇੱਕ ਰੁਮਾਲ ਮਾਤਾ ਨਾਨਕੀ ਦੀ ਝੋਲੀ 'ਚ ਪਾਇਆ ਛੇਵੇਂ ਪਾਤਸ਼ਾਹ ਮਹਾਰਾਜ, ਤੇ ਆਖਿਆ ਤੁਸੀਂ ਬਕਾਲੇ ਚਲੇ ਜਾਓ। ਪਹਿਲਾਂ ਕੱਲਾ ਬਕਾਲਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਨੇ ਤਪ ਕੀਤਾ, ਨਾਮ ਬਾਬਾ ਬਕਾਲਾ ਬਣ ਗਿਆ। ਇਹ ਮਾਤਾ ਨਾਨਕੀ ਦਾ ਪੇਕਾ ਨਗਰ ਹੈ। ਨੌਵੇਂ ਪਾਤਸ਼ਾਹ ਦੇ ਨਾਨਕੇ ਬਾਬੇ ਬਕਾਲੇ 'ਚ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਭੋਰੇ ਵਿੱਚ, ਅੱਜ ਵੀ ਬਣਿਆ ਭੋਰਾ ਉੱਥੇ, ਹੁਣ ਅੰਦਰ ਨਹੀਂ ਜਾਣ ਦਿੰਦੇ, ਪਹਿਲਾਂ ਅੰਦਰ ਜਾ ਕੇ ਵੀ ਦਰਸ਼ਨ ਹੁੰਦੇ ਸੀ। 4.5 ਫੁੱਟ ਚੌੜਾ ਤੇ 4.5 ਫੁੱਟ ਉੱਚਾ, ਜਿਹਦੇ 'ਚ 26 ਸਾਲ 9 ਮਹੀਨੇ 13 ਦਿਨ ਮਹਾਰਾਜ ਨੇ ਸਾਧਨਾ ਕੀਤੀ ਹੈ। ਇਹ ਕਾਹਦੀ ਤਿਆਰੀ ਹੋ ਰਹੀ ਹੈ? ਉਹ ਜਿਹੜੇ ਪਿੰਜਰੇ 'ਚ ਬੰਦ ਕੀਤਾ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਉਹਦੇ 'ਚ ਨਾ ਖੜ ਸਕਦੇ ਸੀ ਨਾ ਬੈਠ ਸਕਦੇ ਸੀ, ਤੇ ਸਿੱਖਾਂ ਅੰਦਰ ਨੂੰ ਮੁੜੀਆਂ ਹੋਈਆਂ ਸੀ। ਇਹ ਇਬਾਦਤ ਹੋ ਰਹੀ ਹੈ ਸ਼ਹਾਦਤ ਦੀ ਤਿਆਰੀ ਵਾਸਤੇ। ਇਬਾਦਤ ਤੋਂ ਸ਼ਹਾਦਤ, ਤਪ ਤਾਂ ਕਰ ਰਹੇ ਨੇ। ਤੁਹਾਨੂੰ ਬੇਨਤੀ ਹੈ, ਸ਼ਹੀਦੀ ਉਹ ਦਿੰਦਾ ਹੈ ਜਿਹੜਾ ਬਾਣੀ ਦਾ ਅਭਿਆਸੀ ਹੈ ਤੇ ਨਾਮ ਦਾ ਅਭਿਆਸੀ ਹੈ। ਜਿਹੜਾ ਕਿਤਾਬਾਂ ਪੜ੍ਹਨ ਵਾਲੇ ਕਦੇ ਸ਼ਹਾਦਤ ਨਹੀਂ ਦਿੰਦੇ, ਉਹ ਤਾਂ ਅੱਗ ਲਾ ਕੇ ਕੁੱਤਾ ਰੂੜੀ ਤੇ ਚੜ੍ਹਿਆ ਹੁੰਦਾ ਹੈ। ਇਤਿਹਾਸ ਅਗਵਾਹ ਹੈ, ਸ਼ਹੀਦੀਆਂ ਉਹ ਪਾਉਂਦੇ ਨੇ ਜਿਨ੍ਹਾਂ ਦੀ ਸੁਰਤ ਆਪਣੇ ਸਰੀਰ ਤੋਂ ਉੱਚੀ ਹੋ ਜਾਂਦੀ ਸ਼ਬਦ ਦੀ ਕਮਾਈ ਕਰਕੇ। ਉਹ ਚਾਹੁੰਦੇ ਨੇ ਠੀਕਰਾ ਹੁਣ ਕੌਮ ਵਾਸਤੇ, ਧਰਮ ਵਾਸਤੇ, ਦੇਸ਼ ਵਾਸਤੇ ਫੋੜ ਕੇ ਇਹਨੂੰ ਲੇਖੇ ਲਾ ਦਈਏ। ਜਦੋਂ ਦੁਨੀਆ ਦੇ ਲੋਕ ਕਹਿਣ ਲੱਗ ਪੈਂਦੇ ਨੇ ਝੂਠੀ ਗੱਲ ਹੈ, 26 ਸਾਲ ਮਹਾਰਾਜ ਉੱਤੇ ਭੋਰੇ 'ਚ ਕਿੱਥੇ ਰਹੇ ਨੇ, ਜਦੋਂ ਲੋਕ ਸਵਾਲ ਪੈਦਾ ਕਰਨ ਲੱਗ ਜਾਣ ਇਤਿਹਾਸ ਉੱਤੇ, ਫਿਰ ਗੁਰੂ ਕੇ ਸਿੱਖਾਂ ਨੂੰ ਇਤਿਹਾਸ ਨਵਾਂ ਕਰਨਾ ਪੈਂਦਾ ਹੈ। ਜਿਵੇਂ ਆਪਾਂ ਰਿਨਿਊ ਕਹਿੰਦੇ ਨਾ, ਰਿਨਿਊ ਨਵਾਂ ਕਰ ਦਿੰਦੇ ਆ। ਜਦੋਂ ਦਿਮਾਗ ਫੇਰੇ ਵਾਲੇ ਲੋਕ ਕਹਿਣ ਲੱਗ ਜਾਣ ਕਿ ਭਾਈ ਦਿਆਲੇ ਨੂੰ ਦੇਗ 'ਚ ਨਹੀਂ ਬਾਲਿਆ,
ਫਿਰ ਭਾਈ ਬਲਦੇਵ ਸਿੰਘ ਦੇਬੂ ਨੂੰ ਵਲਾਇਆ ਜਾਂਦਾ 96 ਦੇ ਵਿੱਚ। ਉਬਲਦੇ ਪਾਣੀ 'ਚ ਬਿਠਾਇਆ ਜਾਂਦਾ ਭਾਈ ਬਲਦੇਵ ਸਿੰਘ ਦੇਬੂ, ਹੱਥ ਪੈਰ ਨੂੜ ਕੇ, ਤੇ ਗੁਰੂ ਦਾ ਲਾਲ ਵਾਹਿਗੁਰੂ ਵਾਹਿਗੁਰੂ ਜਪਦਾ ਸਰੀਰ ਛੱਡ ਜਾਂਦਾ, ਨਾ ਹਾਏ ਨਾ ਸੀ। ਜਦੋਂ ਲੋਕੀ ਕਹਿੰਦੇ ਨੇ ਬਾਬਰ ਦੀ ਜੇਲ੍ਹ 'ਚ ਚੱਕੀਆਂ ਨਹੀਂ ਚੱਲੀਆਂ, ਗੁਰੂ ਨਾਨਕ ਦੀਆਂ ਐਵੇਂ ਗੱਲਾਂ ਬਣਾਈਆਂ, ਤਾਂ ਫਿਰ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਚੱਕੀ ਚੱਲਦੀ ਆਪਣੇ ਆਪ। ਰੋਜ਼ ਦੇਗ ਬਣਾ ਕੇ ਭੋਗ ਲਵਾ ਕੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਜਲ ਪਾਣੀ ਛਕਦੇ ਹੁੰਦੇ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਫਿਰ ਚੱਕੀ ਨਾਲ ਆਟਾ ਪੀਣਾ, ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ, ਆਟਾ ਪੀ ਕੇ ਦੇਗ ਤਿਆਰ ਕਰਨੀ, ਦੇਗ ਤਿਆਰ ਕਰਕੇ ਮਰ ਦਾ ਭੋਗ ਲਵਾ ਕੇ ਫਿਰ ਜਲ ਪਾਣੀ ਛਕਦੇ ਸੀ ਬਾਬਾ ਪ੍ਰੇਮ ਸਿੰਘ। ਇੱਕ ਦਿਨ ਲੇਟ ਹੋ ਗਏ ਕਿਤੇ ਕਿਸੇ ਵਜ੍ਹਾ ਤੋਂ, ਨਿਤਨੇਮ ਕਰਕੇ ਹੁਣ ਕਾਹਲੀ ਕਾਹਲੀ ਚੱਕੀ ਚਲਾਉਂਦੇ ਨੇ, ਆਟਾ ਪੀਂਦੇ ਨੇ, ਤੇ ਸੁਰਤ ਸ਼ਬਦ ਵਿੱਚ ਹੈ, ਚੱਕੀ ਵਾਲੇ ਮੁੱਠੇ ਵਾਲਾ ਹੱਥ ਛੁੱਟ ਗਿਆ, ਦਾਣੇ ਉਸੇ ਤਰ੍ਹਾਂ ਪਈ ਜਾਂਦੇ ਨੇ, ਚੱਕੀ ਆਪਣੇ ਆਪ ਹੀ ਚੱਲੀ ਜਾ ਰਹੀ ਹੈ। ਤੇ ਜਦੋਂ ਸਾਧ ਸੰਗਤ ਜੀ ਲੋਕ ਕਹਿਣ ਲੱਗ ਜਾਣ ਕਿ ਭਾਈ ਤਾਰੂ ਸਿੰਘ ਦੇ, ਕੌਣ ਕਹਿੰਦਾ ਉਹ ਕੇਸ ਕੈਂਚੀ ਨੇ ਨਹੀਂ ਕੱਟੇ, ਫਿਰ ਬਾਬਾ ਪ੍ਰੀਤਮ ਸਿੰਘ ਅੰਬੇ ਮਾਜਰੇ ਵਾਲਿਆਂ ਦੇ ਕੇਸ ਨਹੀਂ ਕੱਟਦੀ ਕੈਂਚੀ। ਸਿੱਧ ਕਰ ਦਿੰਦੇ ਨੇ ਵੀ ਇਤਿਹਾਸ ਸੱਚਾ ਹੈ। ਕੋਈ ਆਖੇ ਵੀ ਐਵੇਂ ਝੂਠੀਆਂ ਗੱਲਾਂ ਬਣਾਈਆਂ, ਜੇ ਕੋਈ ਆਖੇ ਵੀ 26 ਸਾਲ ਭੋਰੇ 'ਚ ਨਹੀਂ ਰਹੇ, ਫਿਰ 40 ਸਾਲ ਬਾਬਾ ਤੇਜਾ ਸਿੰਘ ਰਾੜਾ ਸਾਹਿਬ ਭੋਰੇ 'ਚ ਰਹਿੰਦੇ ਆ। 40 ਸਾਲ ਬਾਹਰ ਨਹੀਂ ਗਏ, ਉਹ ਸੱਧ ਵਿੱਚ ਰਹੇ। 9ਵੇਂ ਪਾਤਸ਼ਾਹ ਸ਼ਾਮ ਨੂੰ ਘੋੜੀ 'ਤੇ ਚੜ੍ਹ ਕੇ ਜਾਂਦੇ ਸੀ ਬਾਹਰ ਟਹਿਲਣ ਵਾਸਤੇ, ਫਿਰ ਜ਼ਿਆਦਾ ਸਮਾਂ ਭੋਰੇ 'ਚ ਰਹਿੰਦੇ ਸੀ। ਇੱਧਰ 8ਵੇਂ ਪਾਤਸ਼ਾਹ ਮਹਾਰਾਜ, ਦਿੱਲੀ ਚੇਚਕ ਦੀ ਬਿਮਾਰੀ ਫੈਲੀ ਹੈ, ਬੇਨਤੀ ਕੀਤੀ, ਦਿੱਲੀ ਗਏ, ਸਾਰੀ ਦਿੱਲੀ ਦੀ ਚੇਚਕ ਹਟਾ ਦਿੱਤੀ, ਤੇ ਆਪ ਆਪਣੇ ਸਰੀਰ 'ਤੇ ਲੈ ਕੇ ਜਮਨਾ ਦੇ ਕਿਨਾਰੇ ਸਰੀਰ ਤਿਆਗ ਕਰਨ ਲੱਗੇ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਿਹਦੀ ਬਾਂਹ ਫੜਾ ਚੱਲੇ ਹੋ ਸੰਗਤ ਨੂੰ, ਕੌਣ ਸੰਗਤ ਦਾ ਭਲਾ ਕਰੇਗਾ? ਤਾਂ ਜਿਹੜੀ ਸਮੱਗਰੀ ਗੁਰਤਾ ਗੱਦੀ ਵੇਲੇ ਗੁਰੂ ਸੌਂਪਦੇ ਸੀ ਅੱਗੇ, 5 ਪੈਸੇ, ਨਾਰੀਅਲ, ਹੋਰ ਸਮੱਗਰੀ ਮੰਗਾ ਕੇ ਆਪਣੇ ਸੱਜੇ ਹੱਥ ਨਾਲ 4 ਪ੍ਰਕਰਮਾਂ ਕੀਤੀਆਂ ਉਸ ਸਮੱਗਰੀ ਦੀਆਂ, ਤੇ ਬਚਨ ਕੀਤਾ। ਅੰਤ ਵੇਲਾ ਸੀ, ਬੜੀ ਹੌਲੀ ਹੌਲੀ ਬੋਲਦੇ ਨੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਬਚਨ ਕਰਕੇ ਸੰਗਤਾਂ ਨੂੰ ਸੰਬੋਧਨ ਕਰਕੇ ਆਪ ਮਹਾਰਾਜ ਸਰੀਰ ਦਾ ਪਰਿਤਿਆਗ ਕਰ ਗਏ। ਵਸਦੇ ਗ੍ਰਾਮ ਬਕਾਲੇ ਬਾਬਾ, ਵਸਦੇ ਬਾਬਾ, ਵਸਦਾ ਗ੍ਰਾਮ ਬਕਾਲੇ ਬਾਬਾ, ਵਸਦਾ ਬਾਬਾ, ਵਸਦਾ। ਗ੍ਰਾਮ ਬਕਾਲੇ ਬਾਬਾ, ਉਹ ਵਸਦਾ ਗ੍ਰਾਮ ਬਕਾਲੇ ਬਾਬਾ, ਵਸਦਾ ਬਾਬਾ, ਵਸਦਾ। ਬਾਬਾ ਬਸੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਸਿੱਖ ਲੈ ਕੇ ਆਏ ਗੁਰਤਾ ਗੱਦੀ ਦੀ ਸਮੱਗਰੀ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ।
ਤੇ ਨੌਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਬਾਹਰ ਜਾ ਕੇ ਰੌਲਾ ਨਹੀਂ ਪਾਉਣਾ। ਗੁਰਤਾ ਗੱਦੀ ਬਖਸ਼ ਦਿੱਤੀ ਨੌਵੇਂ ਪਾਤਸ਼ਾਹ ਨੂੰ, ਪਰ ਹੁਕਮ ਕਰਤਾ ਤੁਸੀਂ ਰੌਲਾ ਨਹੀਂ ਪਾਉਣਾ ਬਾਹਰ ਨਿਕਲ। ਇਹ ਗੱਲ ਜਦੋਂ ਮਸੰਦਾਂ ਨੂੰ ਪਤਾ ਲੱਗੀ ਕਿ ਬਾਬਾ ਬਕਾਲੇ ਵਿੱਚ ਹੈ, ਆ ਕੇ ਬਕਾਲੇ 'ਚ ਗੁਰੂ ਬਣ ਕੇ ਬੈਠ ਗਏ। 22 ਗੁਰੂ ਇਤਿਹਾਸ ਵਿੱਚ 22 ਲਿਖੇ ਨੇ। ਅੱਜ ਪਿੰਡ ਪਿੰਡ 'ਚ ਗੁਰੂ ਬਣੇ ਬੈਠੇ ਨੇ। ਗੁਰੂ ਜ਼ਿਆਦੇ ਨੇ, ਸੇਵਕ ਥੋੜ੍ਹੇ ਨੇ। ਗੁਰੂ ਇੱਕੋ ਹੀ ਹੁੰਦਾ ਹੈ, ਇੱਕੋ ਹੀ ਚਾਹੀਦਾ ਹੈ। ਜਿਹੜੇ ਘਰ 'ਚ ਕਈ ਲਾਣੇਦਾਰ ਬਣ ਜਾਣ ਨਾ, ਉਹ ਬਹੁਤਾ ਚਿਰ ਨਹੀਂ ਘਰ ਚੱਲਦਾ ਹੁੰਦਾ। ਲਾਣੇਦਾਰ ਇੱਕੋ ਹੀ ਘਰ 'ਚ ਚਾਹੀਦਾ। ਤੇ ਜਿਹੜੇ ਘਰ ਨੂੰ ਬਰਬਾਦ ਕਰਨਾ ਹੋਵੇ ਨਾ, 2 ਲਾਣੇਦਾਰ ਬਣਾ ਦਿਓ, ਬਸ ਆਪ ਹੀ ਠੀਕ ਹੋ ਜਾਂਦਾ ਕੰਮ। 22 ਗੁਰੂ ਬਣੇ ਬੈਠੇ। ਸਭ ਤੋਂ ਵੱਡਾ ਗੁਰੂ ਧੀਰ ਮੱਲ ਹੈ, ਬਾਬੇ ਗੁਰਦਿੱਤੇ ਦਾ ਸਾਹਿਬਜ਼ਾਦਾ। ਇਹ ਵੀ ਇਹਦੇ ਕੋਲ 5ਵੇਂ ਪਾਤਸ਼ਾਹ ਦੀ ਬੀੜ ਹੈ, ਜਿਹੜੀ ਭਾਈ ਗੁਰਦਾਸ ਨੇ ਲਿਖੀ ਸੀ ਰਾਮਸਰ ਦੇ ਕਿਨਾਰੇ ਬੈਠ ਕੇ। ਤੇ ਇਹ ਜ਼ਿਆਦਾ ਦਾਅਵਾ ਕਰਦਾ ਕਿ ਮੈਂ ਗੁਰੂ। ਭੋਲੀਆਂ ਭਾਲੀਆਂ ਸੰਗਤਾਂ ਅੱਜ ਵੀ ਬੜੇ ਗੁੰਮਰਾਹ ਹੋਏ ਫਿਰਦੇ ਨੇ, ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਭੁੱਲੇ ਫਿਰਦੇ ਨੇ ਵਿਚਾਰੇ। ਕੋਈ ਕਿਸੇ ਨੂੰ ਜਾ ਕੇ ਮੱਥੇ ਟੇਕ ਰਿਹਾ, ਕੋਈ ਕਿਸੇ ਨੂੰ। ਸਾਰੇ ਕਹਿ ਰਹੇ ਨੇ ਨੌਵੇਂ ਪਾਤਸ਼ਾਹ ਨੇ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ, ਸਾਡੇ 'ਤੇ ਕਿਰਪਾ ਕੀਤੀ। ਮੱਖਣ ਸ਼ਾਹ ਇਹ ਲੂਣ ਦਾ ਵਪਾਰ ਕਰਦਾ ਸੀ। ਬਾਣੀਆਂ ਲੂਣ ਦਾ ਹੋਣ ਕਰਕੇ ਲੂ ਬਾਣਾ ਬਣ ਗਿਆ। ਲੂ ਬਾਣਾ ਵੈਸੇ ਇੱਕ ਬਰਾਦਰੀ ਵੀ ਹੈ, ਲਬਾਣਾ ਬਰਾਦਰੀ, ਜਿਨ੍ਹਾਂ ਵਿੱਚ ਬੜਾ ਸਿੱਖੀ ਦਾ ਜਜ਼ਬਾ ਹੈ, ਬੜਾ ਦਾਨ ਕਰਨ ਦਾ ਉਹਨਾਂ ਦੇ ਅੰਦਰ ਮਾਦਾ ਹੈ। ਆਪਣੀ ਬਿੱਤ ਤੋਂ ਵੱਧ ਦਾਨ ਕਰਦੇ ਨੇ, ਤਾਂ ਹੀ ਉਹਨਾਂ ਦੀ ਹਰ ਪਾਸੇ ਚੜ੍ਹਦੀ ਕਲਾ। ਜਿੱਥੇ ਮਰਜ਼ੀ ਜਾਓ, ਵਿਦੇਸ਼ਾਂ 'ਚ ਮਿਲਦੇ ਆ, ਬੜੀ ਕਿਰਪਾ ਉਹਨਾਂ 'ਤੇ। ਇਹਦਾ 100 ਛਿਪ ਚੱਲਦਾ ਸੀ ਤੇ ਕਈ 100 ਗੱਡਾ ਵਪਾਰ ਕਰਦਾ ਸੀ। ਐਡਾ ਵੱਡਾ ਵਪਾਰੀ ਸੀ। 500 ਫੌਜੀ ਸਿਪਾਹੀ ਨਾਲ ਰੱਖਦਾ ਸੀ, ਆਪਣੇ ਫੌਜ ਵੀ ਰੱਖਦਾ ਸੀ। ਐਡਾ ਮੰਨਿਆ ਅਮੀਰ ਸੀ ਉਹ ਮੱਖਣ ਸ਼ਾਹ। ਇਹ ਗੁਰੂ ਨਾਨਕ ਦੇਵ ਮਾਰਗ ਤੋਂ ਸਿੱਖੀ ਨਾਲ ਜੁੜਿਆ ਸੀ। ਇਹਨਾਂ ਦੇ ਬਜ਼ੁਰਗ ਵੱਡੇ। ਇਹਦਾ ਜਹਾਜ਼ ਗੱਡ ਗਿਆ ਸੂਰਤ ਬੰਦਰਗਾਹ ਤੇ। ਬੜੇ ਯਤਨ ਕੀਤੇ ਨੌਕਰਾਂ ਚਾਕਰਾਂ ਨੇ, ਫੌਜਾਂ ਨੇ। ਅਖੀਰ ਕਹਿ ਦਿੱਤਾ ਮੱਖਣ ਸ਼ਾਹ ਇਹਦਾ ਕੋਈ ਇਲਾਜ ਨਹੀਂ ਹੋਣਾ। ਪਾਣੀ ਪੈ ਰਿਹਾ ਛੱਲਾਂ, ਇਹ ਇੱਥੇ ਖਤਮ ਹੋ ਜਾਏਗਾ, ਜਿੰਨੇ ਆਪਾਂ ਸਾਡੀ ਜਾਨ ਵੀ ਖਤਰੇ 'ਚ। ਫਿਰ ਮੱਖਣ ਸ਼ਾਹ ਨੇ ਇੱਕ ਪਾਸੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਅਸੀਂ ਨਹੀਂ ਜਾਣਦੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕੌਣ ਹੈ, ਪਰ ਜਿਹੜਾ ਵੀ ਇਸ ਵੇਲੇ ਸਬਾਏ ਮਾਣ ਹੈ, ਮੈਂ ਇਸ ਦਰ ਦਾ ਸੇਵਕ ਹਾਂ। ਮੈਂ ਕਿਹਦੇ ਅੱਗੇ ਫਿਰ ਅਰਦਾਸ ਕਰਾਂ? ਹੋਰ ਮੇਰਾ ਹੋਰ ਥਾਂ ਹੀ ਕੋਈ ਨਹੀਂ। ਸਾਧ ਸੰਗਤ ਜੀ ਬੇਨਤੀ ਹੈ, ਉਹ ਗੁਰੂ ਉਹਨਾਂ ਦੀ ਅਰਦਾਸ ਸੁਣਦਾ ਜਿਨ੍ਹਾਂ ਨੇ ਹੋਰ ਕੋਈ ਥਾਂ ਨਹੀਂ ਬਣਾਇਆ ਹੋਇਆ। ਜਿਨ੍ਹਾਂ ਦੇ ਥਾਂ ਹੀ ਬੜੇ ਨੇ ਤੇ ਉਹਨਾਂ ਦੀ ਸੁਣਨੀ ਕਿੰਨੇ ਹੈ? ਕਦੀ ਹੰਨੇ ਦੀ, ਕਦੀ ਬੰਨੇ ਦੀ, ਕਦੀ ਪਰਬਤ ਵਾਲੀ ਰੰਨੇ ਦੀ, ਢੋਲ ਟਮੱਕਾ ਸਰਵਰ ਦਾ, ਖਿਜਮਤ ਬਾਬੇ ਨਾਨਕ ਦੀ। ਪਤਾ ਨਹੀਂ ਕਿੱਥੇ ਕਿੱਥੇ ਸਿੱਖ, ਸੋਮਵਾਰ ਕਿਤੇ, ਮੰਗਲਵਾਰ ਕਿਤੇ, ਬੁੱਧਵਾਰ ਕਿਤੇ ਹੈ। ਸਾਰੇ ਤਾਂ ਵਾਰ ਯਾਦ ਰੱਖਣੇ ਪੈਂਦੇ ਇਹਨਾਂ ਨੂੰ, ਵੀ ਅੱਜ ਕਿੱਥੇ ਜਾਣਾ, ਕੱਲ੍ਹ ਨੂੰ ਕਿੱਧਰ ਜਾਣਾ। ਜਿੰਨਾ ਚਿਰ ਸ਼ਬਦ ਦੀ ਕਮਾਈ ਨਹੀਂ ਨਾ ਕਰਦਾ, ਉਹਨਾਂ ਚਿਰ ਗੱਲਬਾਤ ਬਣਨੀ। ਭੱਜ ਲੈ ਜਿੰਨਾ ਕੁ ਭੱਜਿਆ ਜਾਂਦਾ ਤੇਰੇ ਤੋਂ, ਗੱਲ ਅੰਦਰ ਜੁੜ ਕੇ ਬਣਨੀ ਹੈ। ਸਾਰੇ ਸਤਿਕਾਰਯੋਗ ਨੇ ਜਿਹੜੇ ਸਾਨੂੰ ਗੁਰੂ ਨਾਲ ਜੋੜਦੇ ਨੇ। ਜਿਹੜੇ ਆਪਣੇ ਨਾਲ ਜੋੜਦੇ ਆ ਨਾ, ਉਹਨਾਂ ਦੇ ਰਾਹ ਨਹੀਂ ਜਾਣਾ ਕਦੇ ਵੀ ਭੁੱਲ ਕੇ ਸਿੱਖ ਨੇ। ਜਿਹਦਾ ਇੱਕੋ ਹੀ ਆਸਰਾ ਮਹਾਰਾਜ ਮੇਰਾ ਹੋਰ ਥਾਂ ਨਹੀਂ, ਹਾਂ ਮੈਂ ਕਿਹਦੇ ਅੱਗੇ ਅਰਦਾਸ ਕਰਾਂ? ਫਿਰ
किस पै करो बिनंती, मेरा दुख सुख तुझ ही पास। मेरा कोई थां ही नहीं महाराज, कौन हुण सुनेगा तेरे तो बिना। अरदास की, नौवें पातशाह ने मोढा ला के जहाज उहदा पार लाया, दिल्ली आ गया। समा सीमित है, वैसे 9:30 भोग पैना सी, ਅਸੀਂ थोड़े ਜਿਹੇ मिनट ज़्यादा ਉੱਪਰ ਤਾਂ ਲਾ ਦਿੱਤੇ ਕਿ ਅੱਜ ਅਖੀਰਲਾ ਦਿਵਾਣਾ। ਕੱਲ੍ਹ ਆਏ ਵੀ ਨਹੀਂ ਨਾ ਅਸੀਂ, ਕੋਈ ਰਿਸ਼ਤੇਦਾਰੀ 'ਚ ਗਿਆ ਸੀ, ਦਿਨ ਉਹ ਤੋਂ ਜ਼ਿਆਦਾ ਲੱਗ ਗਏ। ਅਤੇ ਪਿੰਡ ਕੋਲ ਆ ਕੇ ਜੁੱਤੀ ਲਾ ਕੇ ਭੱਜ ਪਿਆ। ਉਹਨੂੰ ਪੁੱਛਿਆ ਭੱਜਿਆ ਉਹਨੇ, ਕਹਿੰਦਾ ਦਿਨ ਜ਼ਿਆਦਾ ਲੱਗ ਗਏ। ਹੁਣ ਪਿੰਡ ਕੋਲ ਆ ਕੇ ਕਿਤੇ ਦਿਨ ਪੂਰੇ ਹੋ ਚੱਲੇ ਨੇ ਹੁਣ। ਉਹ ਗੱਲ ਉਹ ਕੱਲ੍ਹ ਤਾਂ ਅਸੀਂ ਆਏ ਨਹੀਂ, ਅਤੇ ਚਲੋ ਥੋੜ੍ਹੇ ਜਿਹੇ ਮਿੰਟ ਉੱਪਰ ਅੱਜ ਅਖੀਰਲਾ ਦੀਵਾਨ ਹੈ। ਅਗਲੇ ਸਾਲ ਫਿਰ ਨਦੀ ਨਾਵ ਸੰਜੋਗੀ ਮੇਲੇ। ਸੋ ਸਾਧ ਸੰਗਤ ਜੀ, ਮੱਖਣ ਸ਼ਾਹ ਦਿੱਲੀ ਆਇਆ। ਸੰਗਤ ਨੇ ਦੱਸਿਆ ਕਿ 8ਵੇਂ ਪਾਤਸ਼ਾਹ ਬਚਨ ਕਰ ਗਏ ਨੇ, ਬਾਬਾ ਬੱਸੇ ਗ੍ਰਾਮ ਬਕਾਲੇ, ਪਰ ਅਜੇ ਕੋਈ ਗੁਰੂ ਪ੍ਰਗਟ ਨਹੀਂ ਹੋਏ। ਦਿੱਲੀ ਦੀ ਸੰਗਤ ਨਾਲ 500 ਸਿਪਾਹੀ ਮੱਖਣ ਸ਼ਾਹ ਬਕਾਲੇ ਆ ਗਿਆ। ਇੱਥੇ ਆ ਕੇ ਸ਼ੰਕਾ ਪੈ ਗਿਆ ਵੀ ਇੱਥੇ ਤਾਂ 22 ਗੁਰੂ ਨੇ, ਕਿਹਨੇ ਮੇਰਾ ਜਹਾਜ਼ ਪਾਰ ਲਾਇਆ, ਬੇੜਾ ਕਿਹਨੇ ਲਾਇਆ ਪਾਰ। ਵਪਾਰੀ ਸੀ ਨਾ, ਅਤੇ ਵਪਾਰੀ 'ਚ ਇੱਕ ਗੁਣ ਹੁੰਦਾ ਹੈ, ਉਹ ਖਰਾ ਅਤੇ ਖੋਟਾ ਸੌਦਾ ਪਰਖ ਲੈਂਦਾ ਹੈ। ਜੇ ਉਹਨੂੰ ਪਰਖਣਾ ਨਾ ਆਉਂਦੀ ਹੋਵੇ, ਉਹਦੇ ਭਾਂਡੇ ਵਿਕੇ ਵਿਕਾਈ ਸਮਝੋ, ਫਿਰ ਥੋੜ੍ਹਾ ਚਿਰ ਹੀ ਵਪਾਰ ਕਰ ਸਕਦਾ। ਉਹਦੇ 'ਚ ਗੁਣ ਹੁੰਦਾ ਵਪਾਰੀ। ਵਪਾਰੀ ਸੀ, ਉਹਨੇ 2 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗ ਪਿਆ ਵੀ ਜਿਹੜੇ ਗੁਰੂ ਨੇ ਮੇਰਾ ਕਾਰਜ ਕੀਤਾ, ਮੇਰੀ ਭਰਮ ਦੀ ਗਠੜੀ ਆਪ ਹੀ ਖੋਲ੍ਹ ਦੇਣਗੇ। ਸਾਰਿਆਂ ਨੂੰ ਮੱਥਾ ਟੇਕ ਲਿਆ। ਆਓ ਭਗਤ ਬੜੀ ਕਰਨ ਚਾਪਲੂਸੀ, ਪਰ ਉਹਦੀ ਭਰਮ ਦੀ ਗੰਢ ਨਾ ਖੋਲ੍ਹਣ ਅੰਦਰੋਂ। ਸਭ ਨੂੰ ਮੱਥਾ ਟੇਕ ਹਟਿਆ ਜਦੋਂ ਇੱਕ ਬੱਚੇ ਨੂੰ ਮੱਖਣ ਸ਼ਾਹ ਨੇ ਪੁੱਛਿਆ, ਗਲੀ 'ਚ ਤੁਰਿਆ ਜਾਂਦਾ ਸੀ, ਕਿ ਇੱਥੇ ਹੋਰ ਕੋਈ ਗੁਰੂ ਹੈ। ਉਹ ਕਹਿੰਦਾ ਹੈ ਤਾਂ ਸਹੀ, 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਉਹ ਛੋਟੇ, ਉਹ ਤਾਂ ਅੰਦਰ ਭੋਰੇ 'ਚ ਹੀ ਰਹਿੰਦੇ ਨੇ, ਕਿਸੇ ਨੂੰ ਮਿਲਦੇ ਨਹੀਂ। ਲੋਕੀ ਉਹਨਾਂ ਨੂੰ ਤੇਗਾ ਕਮਲਾ ਕਹਿੰਦੇ ਨੇ। ਬੱਚੇ ਨੇ ਸਿੱਧੀ ਗੱਲ ਕਹਿਤੀ, ਬੱਚਿਆਂ ਦੇ ਵਾਲਸ਼ਾਲ ਨਹੀਂ ਨਾ ਹੁੰਦਾ। ਕਹਿੰਦੇ ਤੇਗਾ ਕਮਲਾ ਕਹਿੰਦੇ ਨੇ ਲੋਕ ਉਹਨੂੰ। ਤੁਹਾਨੂੰ ਬੇਨਤੀ ਹੈ, ਸੱਚੀ ਗੱਲ ਤੁਸੀਂ ਘਰ 'ਚ ਕਰੋਗੇ ਨਾ, ਲੋਕਾਂ ਨੇ ਘਰਦਿਆਂ ਨੇ ਤੁਹਾਨੂੰ ਕਮਲਾ ਕਹਿਣ ਲੱਗ ਪੈਣਾ। ਤੁਸੀਂ ਆਖੋ ਸਵੇਰੇ ਉੱਠਿਆ ਕਰੋ ਭਾਈ, ਬਾਣੀ ਪੜ੍ਹਿਆ ਕਰੋ, ਅਤੇ ਆਖਣਗੇ ਇਹਦਾ ਦਿਮਾਗ ਖਰਾਬ ਹੋਇਆ ਆਪਣਾ, ਇਹ ਗਿਆਨ ਆਪਣੇ ਕੋਲ ਹੀ ਰੱਖ, ਸਾਨੂੰ ਨਾ ਆਖਿਆ ਕਰ ਇਹੋ ਜਿਹੀਆਂ ਗੱਲਾਂ। ਘਰ ਦੇ ਕਹਿਣ ਲੱਗ ਪੈਣਗੇ, ਬਾਹਰਲਿਆਂ ਨੇ ਤਾਂ ਕਹਿਣਾ ਹੀ। ਦੁਨੀਆ ਨੇ ਗੁਰੂ ਨਾਨਕ ਨੂੰ ਕਰਾਈ ਆਖਿਆ, ਭੂਤਨਾ ਆਖਿਆ, ਬੇਤਾਲਾ ਆਖਿਆ, ਗੁਰੂ ਅਮਰਦਾਸ ਨੂੰ ਅਮਰੂ ਨਥਾਵਾਂ, 9ਵੇਂ ਪਾਤਸ਼ਾਹ ਨੂੰ ਤੇਗਾ ਕਮਲਾ, ਭਗਤ ਕਬੀਰ ਨੂੰ ਬੇਪੱਤਾ, ਨਲੱਜ, ਬੌਰਾ। ਉਹ ਗੁਰੂ ਦੇ ਮਾਰਗ 'ਤੇ ਚੱਲਣ ਵਾਲਿਓ, ਇਹ ਗੱਲਾਂ ਤੁਹਾਨੂੰ ਵੀ ਲੋਕਾਂ ਨੇ ਕਹਿਣੀਆਂ। ਰੋਜ਼ ਗੁਰਦੁਆਰੇ ਤੁਰੇ ਰਹਿੰਦੇ ਨੇ, ਇਹਨਾਂ ਨੂੰ ਲੰਗਰ ਮੂੰਹ ਲੱਗਿਆ ਇਹਨਾਂ ਦੇ, ਇਹ ਕਿੱਥੇ ਘਰੇ ਪ੍ਰਸ਼ਾਦਾ ਛਕਦੇ। ਤੁਹਾਨੂੰ ਵੀ ਕਹਿਣਗੇ ਗੱਲ, ਇਹ ਗੁਰੂਆਂ ਨੇ ਤਾਂ ਖਵਾਈਆਂ ਆਪਣੇ ਆਪ ਨੂੰ, ਸਿੱਖਾ ਤੈਨੂੰ ਵੀ ਕਹਿਣਗੇ ਲੋਕ। ਛੱਡ ਨਾ ਦਈ ਕਿਤੇ, ਸੇਵਾ ਸੰਗਤ ਬਾਜੀ ਜਿੱਤ ਜਾਣਗੇ, ਅਤੇ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਹੋਣਗੇ। ਮੱਖਣ ਸ਼ਾਹ ਆਇਆ, 500 ਸਿਪਾਹੀ ਨਾਲ, ਸੰਗਤ ਨਾਲ। 9ਵੇਂ ਪਾਤਸ਼ਾਹ ਦੇ ਕੋਲ ਭਾਈ ਗੜੀਆ ਬੈਠਾ ਅੰਦਰ। ਭਾਈ ਗੜੀਆ, ਰੌਲਾ ਬੜਾ ਪੈਂਦਾ, ਬਾਹਰ ਨਿਕਲਣਾ ਵਾਲਾ ਕੀ ਗੱਲ। ਮਹਾਰਾਜ ਮੱਖਣ ਸ਼ਾਹ ਵਪਾਰੀ ਆਇਆ, 500 ਸਿਪਾਹੀ ਹੈ ਨਾਲ, ਸੰਗਤ। ਉਹਨੂੰ ਪਤਾ ਨਹੀਂ ਗੁਰੂ ਘਰ ਕਿਵੇਂ ਆਈਦਾ, ਚੜਾ ਕੇ ਫੌਜਾਂ ਲੈ, ਰੌਲਾ ਪਾਉਂਦਾ, ਇੱਥੇ ਸ਼ੋਰ ਮਚਾਈਦਾ, ਜਾ ਉਹਨੂੰ ਕਹੋ। ਗੜੀਏ ਨੇ ਆ ਕੇ ਆਖਿਆ, ਮੱਖਣ ਸ਼ਾਹ ਤੈਨੂੰ ਪਤਾ ਨਹੀਂ ਗੁਰੂ ਘਰ ਆਈਦਾ ਕਿਵੇਂ, ਇੱਥੇ ਫੌਜਾਂ ਲੈ ਕੇ ਚੜ੍ਹਾਈ ਕਰਕੇ ਆ ਗਿਆ, ਰੌਲਾ ਪਾ ਰਿਹਾ। ਸਮਝ ਗਿਆ ਉੱਧਰ ਤਾਂ ਬੰਦੇ ਖੜਾਏ ਸੀ, ਆ ਜਾਓ ਪੂਰਾ ਗੁਰੂ ਇੱਧਰ ਹੀ ਹੈ। ਵੱਡੇ ਵੱਡੇ ਬੋਰਡ ਲਾ ਕੇ ਦੱਸਣਾ ਪੈਂਦਾ, ਕਿਤੇ ਅਗਾ ਨੇ ਲੰਘ ਜਾ ਭੁਲੇਖੇ ਨਾਲ ਕਿਤੇ। ਸਾਧ ਸੰਗਤ ਜੀ, ਦੀਵਾ ਚਾਹੀਦਾ, ਪਤੰਗੇ ਆਪਣੇ ਆਪ ਹੀ ਆ ਜਾਂਦੇ। ਕਦੇ ਚਿੱਠੀ ਨਹੀਂ ਪਾਉਂਦਾ ਪਤੰਗਾ, ਪਤੰਗੇ ਨੂੰ ਦੀਵਾ ਆ ਜਾ ਮੈਂ ਜਗਣ ਲੱਗਿਆ,
ਦੀਵਾ ਚਾਹੀਦਾ, ਪਤੰਗੇ ਆਪੇ ਹੀ ਆ ਜਾਣਗੇ। ਫੁੱਲ ਚਾਹੀਦਾ, ਭਵਰੇ ਤਾਪੀ ਫੁੱਲਾਂ ਨੂੰ ਲੱਭ ਲੈਂਦੇ ਨੇ, ਪਰ ਪਲਾਸਟਿਕ ਦੇ ਫੁੱਲਾਂ 'ਤੇ ਨਹੀਂ ਆਉਣਾ। ਪਲਾਸਟਿਕ ਵਾਲਿਆਂ ਨੂੰ ਤਾਂ ਸੱਦਣੇ ਹੀ ਪੈਣਗੇ। ਫੁੱਲ ਬਣ ਜਾ, ਭਵਰੇ ਆਪਣੇ ਆਪ ਹੀ ਆਉਣਗੇ ਤੇਰੇ ਕੋਲ। ਸੋ ਸਾਧ ਸੰਗਤ ਜੀ, ਮੱਖਣ ਸ਼ਾਹ ਸਮਝ ਗਿਆ। ਉੱਧਰ ਪ੍ਰੇਰ ਕੇ ਲਿਜਾ ਰਹੇ ਨੇ, ਇੱਧਰ ਕਹਿ ਰਹੇ ਨੇ ਤੈਨੂੰ ਪਤਾ ਨਹੀਂ ਗੁਰੂ ਘਰ ਕਿਵੇਂ ਆਈਦਾ। ਸੋ ਮਾਤਾ ਨੂੰ ਬੇਨਤੀ ਕੀਤੀ। ਮੱਖਣ ਸ਼ਾਹ ਇਕੱਲਾ ਚਲਾ ਗਿਆ ਅੰਦਰ, 2 ਮੋਹਰਾਂ ਰੱਖੀਆਂ, ਮੱਥਾ ਟੇਕਿਆ। ਥੋੜ੍ਹਾ ਚਿਰ ਖੜਾ, ਮਨ ਕਹਿੰਦਾ ਗੱਲ ਤਾਂ ਇੱਥੇ ਵੀ ਉਹੀ ਹੋਈ ਹੈ। ਮੈਂ ਤਾਂ ਸਮਝਿਆ ਸੀ ਵੀ ਮੇਰਾ ਕਾਰਜ ਰਾਸ ਹੋ ਜਾਏਗਾ, ਪਰ ਨਹੀਂ। ਜਦੋਂ ਮੁੜ ਪਿਆ ਨਾ ਪਿਛਾ ਨੂੰ, 9ਵੇਂ ਪਾਤਸ਼ਾਹ ਨੇ ਮਗਰ ਚੋਲਾ ਫੜਿਆ ਉਹਦੇ। ਮੱਖਣ ਸ਼ਾਹ, ਆ ਚਾਦਰ ਪਰਾਂ ਕਰ ਮੁੱਢੇ ਤੋਂ। ਚਾਦਰ ਪਰਾਂ ਕੀਤੀ ਜਦੋਂ ਮੱਖਣ ਸ਼ਾਹ ਨੇ, ਉਹ ਕਿੱਲ ਉਸ ਤਰ੍ਹਾਂ ਹੀ ਜ਼ਖਮ। ਉਹ ਜਦੋਂ ਤੇਰੀ ਜਾਨ ਖਤਰੇ ਸੀ ਮੱਖਣ ਸ਼ਾਹ, ਉਦੋਂ ਅਰਦਾਸ ਕੀ ਕੀਤੀ ਸੀ ਤੈਂ? ਸਾਧ ਸੰਗਤ ਜੀ, ਮਣੀ ਵਾਲੇ ਸੱਪ ਦੀ ਮਣੀ ਗਵਾਚ ਜਾਏ, ਪੱਥਰ ਨਾਲ ਮਾਰ ਮਾਰ ਕੇ ਸਿਰ ਹੀ ਮਰ ਜਾਂਦਾ ਸੱਪ, ਝੱਲ ਨਹੀਂ ਸਕਦਾ। ਤੇ ਕਿਤੇ ਮਿਲ ਜਾ ਉਹਨੂੰ ਮਣੀ, ਫੇਰ ਜ਼ਿੰਦਗੀ ਮਿਲ ਜਾਂਦੀ ਹੈ। ਕਿਸੇ ਮਾਂ ਦਾ ਪੁੱਤਰ ਬਿਨਾਂ ਦੱਸਿਆਂ ਕਿਤੇ ਤੁਰ ਜਾਏ ਤੇ ਪਤਾ ਨਾ ਲੱਗੇ, ਤੇ ਕਈ ਮਹੀਨਿਆਂ ਬਾਅਦ ਕੋਈ ਆ ਕੇ ਦੱਸਦੇ, ਮਾਤਾ ਮੈਂ ਤੇਰਾ ਪੁੱਤਰ ਅਨੰਦਪੁਰ ਸਾਹਿਬ ਵੇਖ ਕੇ ਆਇਆ। ਕਿੰਨੀ ਖੁਸ਼ੀ ਹੋਵੇਗੀ ਮਾਂ ਨੂੰ। ਕਿਸੇ ਰਾਜੇ ਦਾ ਰਾਜ ਖੁੱਸ ਜਾਏ ਤੇ ਮਿਲਦੀ ਆਸ ਨਾ ਹੋਵੇ, ਤੈਨੂੰ ਰਾਜ ਮਿਲ ਜਾਏ। ਮੱਖਣ ਸ਼ਾਹ ਖੜਾ ਬੇਸੁੱਧ ਹੋ ਗਿਆ। ਚੋਲੇ ਦੇ ਬਟਨ ਆਪਣੇ ਆਪ ਖੁੱਲ੍ਹਣ ਲੱਗ ਪਏ। ਦਿਲ ਉਛਲ ਕੇ ਦਿਲ ਵੱਲ, ਗਲ ਵੱਲ ਆਉਂਦਾ ਹੈ। ਬੜਾ ਰੁਕਦਾ, ਪਰ ਮਨ ਰੁਕਦਾ ਨਹੀਂ। ਨੇਤਰਾਂ 'ਚੋਂ ਜਲ ਵਗ ਰਿਹਾ। ਸੱਚੇ ਪਾਤਸ਼ਾਹ ਪਖੰਡੀ ਸੰਗਤਾਂ ਨੂੰ ਗੁੰਮਰਾਹ ਕਰਕੇ ਲੁੱਟ ਰਹੇ ਨੇ। ਆਪ ਇੱਥੇ ਬੈਠੇ ਹੋ, ਛੋਟੇ ਛੋਟੇ ਬੱਚਿਆਂ ਦੀ ਮਾਂ ਮਰ ਜਾਏ, ਗਲੀਆਂ 'ਚ ਰੁਲਦੇ ਫਿਰਦੇ ਨੇ, ਕਾਂ ਉਹਨਾਂ ਦੇ ਹੱਥੋਂ ਬੁਰਕੀਆਂ ਲੈ ਕੇ ਉੱਡ ਜਾਂਦੇ ਨੇ, ਤੇ ਆਪ ਇੱਥੇ ਭੋਰੇ 'ਚ ਬੈਠੇ ਹੋ। ਮਹਾਰਾਜ ਕਹਿੰਦੇ ਮੱਖਣ ਸ਼ਾਹ ਆਪਣੇ ਵਤਨ ਨੂੰ ਮੁੜ ਜਾ। ਜੇ ਰੌਲਾ ਪਾਇਆ ਨਾ ਬਾਹਰ ਨਿਕਲ ਕੇ, ਤੇਰਾ ਮੂੰਹ ਕਾਲਾ ਹੋਣਾ ਹੈ। ਪਰ ਲੋਕ ਮੈਨੂੰ ਮਨਜ਼ੂਰ ਹੈ। ਬਾਹਰ ਨਿਕਲਿਆ ਮੱਖਣ ਸ਼ਾਹ, ਤਵੇ ਤੋਂ ਆਪਣੇ ਕਾਲਖ ਲੈ ਕੇ ਪਹਿਲਾਂ ਮੂੰਹ ਕਾਲਾ ਕੀਤਾ। ਗੁਰੂ ਵਾਸਤੇ ਸਿੱਖ ਆਪਣਾ ਮੂੰਹ ਕਾਲਾ ਵੀ ਕਰਾ ਲੈਂਦਾ ਹੈ, ਪਰ ਗੁਰੂ ਵਾਸਤੇ ਆਪਣਾ ਕਾਰਜ ਨਾ ਹੋਵੇ। ਇਹ ਨਹੀਂ ਗੁਰੂ ਹੀ ਨੇ ਵਾਰਿਆ ਸਾਰਾ ਕੁਛ, ਗੁਰੂ ਦੀ ਖੁਸ਼ੀ ਵਾਸਤੇ ਫਿਰ ਸਿੱਖ ਵੀ ਨਿਸ਼ਾਵਰ ਕਰ ਦਿੰਦੇ ਆ ਸਾਰਾ ਕੁਛ। ਚੜ੍ਹ ਗਿਆ ਭੋਰੇ ਦੇ ਉੱਤੇ, ਪੱਲੂ ਫੇਰ ਦਿੱਤਾ, ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ। ਭੁੱਲੀਏ ਸੰਗਤੇ ਗੁਰੂ ਲਾ ਦੋਰੇ, ਸੰਗਤੇ ਗੁਰੂ ਲਾ ਦੋਰੇ। ਗੁਰੂ ਲਾ ਦੋ
ਗੁਰੂ ਲਾਦੋ ਰੇ, ਗੁਰੂ ਲਾਦੋ ਰੇ। 100 ਸੰਗਤਾਂ ਦਾ ਇਕੱਠ ਹੋ ਗਿਆ। ਸ਼ਾਮ ਤੱਕ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ। ਘੋੜੀ ਤੇ ਚੜ੍ਹ ਕੇ ਮਹਾਰਾਜ ਗਏ ਬਾਹਰ ਚੱਲਣ। ਧੀਰ ਮੱਲ ਤੇ ਸਿੰਘਾਂ, ਸਿੰਘੇ ਨੇ ਗੋਲੀ ਚਲਾਈ ਗੁਰੂ ਤੇਗ ਬਹਾਦਰ ਮਹਾਰਾਜ। ਇਹ ਮਸੰਦ ਹੈ ਧੀਰ ਮੱਲ ਦਾ ਸਿੰਘਾਂ। ਗੋਲੀ ਚੱਲੀ, ਘੋੜੀ ਉਹ ਖੜਕੇ ਨਾਲ ਘੋੜੀ ਤਰਬਕ ਗਈ, ਗੋਲੀ ਇੱਕ ਪਾਸਿਓਂ ਲੰਘ ਗਈ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਧੀਰ ਮੱਲ, ਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੇ ਅੰਦਰ ਟਿਕਾ ਬਖਸ਼ੇ। ਧੀਰ ਮੱਲ ਤੈਨੂੰ ਨਾਮ ਚੇਤੇ ਆਵੇ, ਤੈਨੂੰ ਮਾਇਆ ਤੋਂ ਸੰਤੁਸ਼ਟੀ ਬਖਸ਼ੇ। ਫਿਰ ਮਹਾਰਾਜ ਜੀ ਬਚਨ ਕਰਦੇ ਰਹੇ। ਸਵੇਰੇ ਦਰਬਾਰ ਲੱਗਿਆ ਤੋ ਸਾਧ ਸੰਗਤ ਜੀ ਧੀਰ ਮੱਲ ਦੇ ਮਸੰਦ ਸਿੰਘ ਨੇ ਫਿਰ ਗੋਲੀ ਚਲਾਈ, ਮਾਰ ਦਿੱਤੀ। ਮਾਰਦੇ ਮੱਥੇ ਨੂੰ ਛੂਹ ਕੇ ਲੰਘ ਗਈ। ਸਾਰਾ ਸਮਾਨ ਚੱਕ ਕੇ ਗਠੜੀਆਂ ਲੈ ਗਏ ਸੀਆਂ ਧੀਰ ਮੱਲ। ਮੱਖਣ ਸ਼ਾਹ ਨੂੰ ਜਾ ਕੇ ਦੱਸਿਆ, ਉਹ ਮੱਖਣ ਸ਼ਾਹ ਤੇਰੇ ਗੁਰੂ ਤੇ ਗੋਲੀ ਚੱਲ ਗਈ। ਸਾਧ ਸੰਗਤ ਜੀ ਆਇਆ ਫੌਜਾਂ ਸਮੇਤ।